ਸਤਨਾਮ ਵਾਹਿਗੁਰੂ ਸਾਹਿਬ ਜੀ। ਕੋਈ ਬੋਲੇ ਨਿਰਵਾਹ, ਕੋਈ ਬੋਲੇ ਦੂਰ। ਜਲ ਕੀ ਮਾਛੁਲੀ ਚਰੈ ਖਜੂਰ। ਕਾਇ ਰੇ ਬਕਬਾਦ ਲਾਇਓ, ਜਿਨ ਹਰ ਪਾਇਓ ਤਿਨਹਿ ਛੁਪਾਇਓ। ਪੰਡਿਤ ਹੋਇ ਕੈ ਬੇਦ ਬਖਾਨੈ, ਮੂਰਖ ਨਾਮ ਦਿਓ ਰਾਮਹਿ ਜਾਨੈ। ਰਾਮ ਪਦਾਰਥ ਪਾਏ ਕੈ, ਕਬੀਰਾ ਗਾਂਠ ਨ ਖੋਲ। ਨਹੀਂ ਪਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਵਿਣ ਗਾਹਕ ਗੁਣ ਵੇਚੀਐ, ਤਉ ਗੁਣ ਸਹਿਗੋ ਜਾਏ। ਗੁਣ ਕਾ ਗਾਹਕ ਜੇ ਮਿਲੈ, ਤਉ ਗੁਣ ਲਾਖ ਵਿਕਾਏ। ਜਿਨ ਪਟ ਅੰਦਰ ਬਾਹਰ ਗੁਦੜ, ਤੇ ਭਲੇ ਸੰਸਾਰ। ਤਿਨ ਨਿਹੋ ਲਗਾ ਰੱਬ ਸੇਤੀ, ਦੇਖਨੇ ਵਿਚਾਰ। ਸਬਰ ਅੰਦਰ ਸਾਬਰੀ, ਤਨ ਏਵੈ ਜਾਲੇਨ। ਹੋਨ ਨਜੀਕ ਖੁਦਾਈ ਦੈ, ਭੇਤ ਨ ਕਿਸੈ ਦੇਨ। ਬੇਸੁਮਾਰ ਅਥਾਹ ਅਗਨਤ ਅਤੁਲੈ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਰਾਮ ਰਤਨ ਮੁਖ ਕੋਥਰੀ, ਪਾਰਖ ਆਗੈ ਖੋਲ। ਕੋਈ ਆਏ ਮਿਲੈ ਗੋ ਗਾਹਕੀ, ਲੈ ਗੋ ਮਹਿਗੇ ਮੋਲ। ਕਬੀਰ ਰਾਮ ਨਾਮ ਜਾਣਿਓ ਨਹੀਂ, ਪਾਲਿਓ ਕਟਕ ਕੁਟੰਬ। ਧੰਦੇ ਹੀ ਮਹਿ ਮਰ ਗਇਓ, ਬਾਹਰ ਭਈ ਨ ਬੰਬ। ਕਬੀਰ ਆਖੀ ਕੇਰੇ ਮਾਟੁਕੇ, ਪਲ ਪਲ ਗਈ ਬਿਹਾਈ। ਮਨ ਜੰਜਾਲ ਨ ਛੋਡਈ, ਜਮ ਦੀਆ ਦਮਾਮਾ ਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ
ਗੁਰੂ ਗਰੀਬ ਨਿਵਾਜ ਕਿਰਪਾ ਨਿਧ ਅੰਤਰਯਾਮੀ ਅਗਮ ਅਗੋਚਰ ਪਾਰ ਬ੍ਰਹਮ ਪਰਮੇਸ਼ਵਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਕਰੁਣਾ ਹੈ, ਅਥਾਹ ਮਿਹਰਾਮਤ ਹੈ, ਬੇਅੰਤ ਬਖਸ਼ਿਸ਼ ਹੈ ਸਤਿਗੁਰੂ ਸਾਹਿਬ ਜੀ ਦੀ। ਜੋ ਸਤਿਗੁਰੂ ਸਾਹਿਬ ਜੀ ਨੇ ਆਪਣੀ ਮਿਹਰ ਭਰੀ ਨਦਰ ਕਰਕੇ ਸਾਨੂੰ ਸਭ ਨੂੰ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤਸੰਗਤ ਰੂਪ ਵਿੱਚ ਜੁੜਨ ਦਾ, ਆਪਣੇ ਜੀਵਨ ਦੇ ਵਿੱਚ ਸਤਸੰਗਤ ਸ਼ਬਦ ਦੀ ਸਾਧਨਾ ਦੁਆਰਾ ਅਮੋਲਕ ਧਨ ਸੰਚਣ ਦਾ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਸੰਗਤ ਰੂਪ ਵਿੱਚ ਜੁੜ ਬੈਠ ਕੇ ਸਤਿਗੁਰੂ ਕੀ ਰਹਿਮਤ ਨੂੰ ਮਾਨਣ ਦਾ ਯਤਨ ਕਰ ਰਹੇ ਹੋ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੀ ਗਿਆਨਮਈ ਸ਼ਬਦ ਅਨੁਭਵ ਭਰੀ ਵਿਆਖਿਆ ਸ਼ਰਵਣ ਕਰਕੇ ਗਿਆਨਮਈ ਪ੍ਰਕਾਸ਼ ਨੂੰ ਆਪਣੇ ਹਿਰਦੇ ਅੰਦਰ ਧਾਰਨ ਦਾ ਸ਼ੁਭ ਯਤਨ ਕਰਦੇ ਹੋ ਜੀ। ਉੱਤਮ ਕਰਮਸ਼ੀਲਤਾ ਨੂੰ ਆਪਣੇ ਜੀਵਨ ਦੇ ਵਿੱਚ ਪ੍ਰਣਾਉਣ ਦਾ ਯਤਨ ਕਰਦੇ ਹੋ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਰਾਮ ਰਤਨ ਮੁਖ ਕੋਥਰੀ, ਪਾਰ ਕਿਆਗੈ ਖੋਲ। ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਲੜੀਵਾਰ ਸ਼ਲੋਕਾਂ ਦੇ ਅੰਤਰਗਤ ਇਸ ਤੋਂ ਪਹਿਲੇ ਸ਼ਲੋਕਾਂ ਅੰਦਰ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ। ਕਬੀਰ ਕਾਇਆ ਕਜਲੀ ਬਨ ਪਿਆ ਮਨ ਕੁੰਚਰ ਮਏ ਮੰਤ, ਕਿ ਜਦੋਂ ਮਨੁੱਖ ਨੂੰ ਆਪਣੇ ਮਨ ਦੀ ਗੁਰੂ ਸ਼ਬਦ ਦੇ ਗਿਆਨ ਦੁਆਰਾ ਪ੍ਰਕਾਸ਼ ਦੁਆਰਾ ਠੀਕ ਪਛਾਣ ਨਹੀਂ ਹੁੰਦੀ, ਜਾਂ ਆਪਣੇ ਮਨ ਦੀ ਸਾਧਨਾ ਦਾ ਸ਼ਬਦ ਅਭਿਆਸ ਦੇ ਨਾਲ ਗੁਰਸਿੱਖ ਯਤਨ ਨਹੀਂ ਕਰਦਾ, ਤਾਂ ਉਸ ਸਮੇਂ ਜਿਹੜਾ ਮਨ ਹੈ ਇਹ ਅਸਾਧਿਆ ਰਹਿ ਜਾਂਦਾ ਅਤੇ ਇਹ ਹਸਤੀ ਦੀ ਵਾਂਗ ਕੁੰਚਰ ਵਾਂਗ ਬੜੀ ਭਾਰੀ ਸਮਰੱਥਾ ਵਾਲਾ ਹੋ ਜਾਂਦਾ ਅਤੇ ਵਿਕਾਰਾਂ ਦੀ ਤਰਫ ਜਾਂ ਜਿਸ ਤਰਫ ਮਨ ਦਾ ਸੁਭਾਅ ਬਣਦਾ ਉਸ ਤਰਫ ਲੈ ਜਾਂਦਾ ਹੈ। ਇਸ ਕਰਕੇ ਜੇ ਇਸ ਮਨ ਨੂੰ ਸਾਧਣਾ ਹੈ, ਸਦਾ ਹੀ ਗੁਰੂ ਦੇ ਸ਼ਬਦ ਦੀ ਗਿਆਨ ਰੂਪ ਚੋਟ ਅਤੇ ਗੁਰੂ ਸ਼ਬਦ ਦੇ ਅਭਿਆਸ ਰੂਪ ਜਿਹੜਾ ਕੁੰਡਾ ਹੈ ਉਹ ਇਸ ਮਨ ਦੇ ਉੱਪਰ ਲਗਾਉਣਾ ਪਵੇਗਾ, ਭਾਵ ਕਿ ਸਤਸੰਗਤ ਵਿੱਚ ਰੋਜ਼ਾਨਾ ਜੁੜ ਕੇ ਜਿੱਥੇ ਸ਼ਬਦ ਦੇ ਅਭਿਆਸ ਨਾਲ ਮਨ ਨੂੰ ਇਕਾਗਰਤਾ ਵਿੱਚ ਲਿਆਉਣਾ ਹੈ, ਉੱਥੇ ਹੀ ਗਿਆਨ ਦੀ ਵਿਚਾਰ ਨਾਲ ਮਨ ਨੂੰ ਗਿਆਨ ਦਾ ਕੁੰਡਾ ਲਗਾ ਕੇ ਸਾਧਣ ਦਾ, ਕਾਬੂ ਦੇ ਵਿੱਚ ਕਰਨ ਦਾ ਯਤਨ ਵੀ ਕਰਨਾ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਰਾਮ ਰਤਨ ਮੁਖ ਕੋਥਰੀ, ਪਾਰ ਖਿਆਗੈ ਖੋਲ। ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਪ੍ਰਭੂ ਦੀ ਗੱਲ, ਭਾਵ ਕਿ ਰਾਮ ਰਤਨ ਪਰਮੇਸ਼ਰ ਦੇ ਸੰਬੰਧ ਵਿੱਚ ਕਹੀ ਜਾਣ ਵਾਲੀ ਕਿਸੇ ਵੀ ਪ੍ਰਕਾਰ ਦੀ ਗੱਲ ਜਿਹਦੇ ਵਿੱਚ ਅਨੁਭਵ ਹੈ, ਜਿਹਦੇ ਵਿੱਚ ਪ੍ਰਭੂ ਨੇ ਕਿਸੇ ਆਪਣੀ ਵੱਡੀ ਰਮਜ ਨੂੰ ਬੁਝਾਇਆ ਹੈ, ਜਾਂ ਜਿਹਦੇ ਵਿੱਚ ਸੱਚ ਦੇ ਭੇਦ ਨੂੰ ਬੜੀ ਬਾਰੀਕੀ ਦੇ ਨਾਲ ਜਿਸ ਨੇ ਜਾਣਿਆ ਹੈ। ਜਦੋਂ ਰਤਨ ਸ਼ਬਦ ਆ ਜਾਂਦਾ, ਭਾਵ ਕਿ ਕੋਈ ਅਮੋਲਕ ਗੱਲ ਹੈ ਜਿਹੜੀ ਆਮ ਕਥਨੀ ਦੇ ਵਿੱਚ, ਆਮ ਜ਼ਿਕਰ ਦੇ ਵਿੱਚ ਨਹੀਂ ਮਿਲਦੀ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਰਾਮ ਰਤਨ ਭਾਵ ਭਗਤੀ ਰੂਪ, ਗਿਆਨ ਰੂਪ, ਚਿੰਤਨ ਰੂਪ ਅਤੇ ਸਿਮਰਨ ਰੂਪ ਕਰਮ ਕਰਕੇ ਜੋ ਅਕਾਲ ਪੁਰਖ ਦੇ ਸੰਬੰਧ ਵਿੱਚ ਪਰਮ ਸੋਝੀ ਮਹਾ ਅਨੁਭਵ ਹਿਰਦੇ ਵਿੱਚ ਪ੍ਰਗਟ ਹੋਇਆ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਮੁੱਖ ਕੋਥਰੀ, ਇਹਨੂੰ ਮੁੱਖ ਰੂਪ ਕੋਠੀ ਦੇ ਵਿੱਚ ਭਾਵ ਕੇ ਸੰਭਾਲ ਕੇ ਰੱਖ। ਅੱਗੇ ਜੇ ਇਸ ਨੂੰ ਵਿਅਕਤ ਕਰਨਾ ਹੈ ਜਾਂ ਕਿਸੇ ਨਾਲ ਇਹਦੀ ਸਾਂਝ ਪਾਉਣੀ ਹੈ ਤਾਂ ਉਹਦੀ ਪ੍ਰਥਮ ਸ਼ਰਤ ਹੈ ਪਾਰਖ ਆਗੈ ਖੋਲ, ਕਿ ਜਿਹੜਾ ਇਸ ਗੱਲ ਦਾ ਪਾਰਖੂ ਹੋਵੇ,
ਜਿਹਨੂੰ ਇਹਨਾਂ ਗੱਲਾਂ ਦੇ ਭੇਦਾਂ ਦਾ ਥੋੜ੍ਹਾ ਬਹੁਤਾ ਅਨੁਭਵ ਪਤਾ ਹੋਵੇ। ਨਹੀਂ ਕਹਿੰਦੇ ਇਸ ਕਰਕੇ ਜਾਂ ਇਸ ਤਰ੍ਹਾਂ ਯਤਨ ਕਰ ਕਿ ਕੇਵਲ ਆਪਣੇ ਪਾਸ ਰੱਬੀ ਭੇਦਾਂ ਨੂੰ ਸੰਭਾਲ ਕੇ ਰੱਖ। ਜਿਹੜਾ ਠੀਕ ਰੂਪ ਦੇ ਵਿੱਚ ਪਾਰਖੂ ਹੋਏਗਾ ਉਹ ਜਦੋਂ ਤੇਰੇ ਪਾਸ ਆਏਗਾ, ਕੋਈ ਆਏ ਮਿਲੈ ਗੋ ਗਾਹਕੀ, ਜਿਹਨੂੰ ਵਾਕਿਆ ਹੀ ਪਰਮੇਸ਼ਰ ਦੇ ਮਹਾਂ ਸਰੂਪ ਦੇ ਭੇਦ ਦੀ ਤਲਾਸ਼ ਹੈ, ਜਿਹੜਾ ਧਰਮ ਦੇ ਉੱਚੇ ਅਨੁਭਵਾਂ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ, ਜਾਂ ਜਿਹੜਾ ਆਪਣੇ ਜੀਵਨ ਦੇ ਅਸਲ ਪ੍ਰਸ਼ਨਾਂ ਦੇ ਅਰਥ ਜਾਣਨਾ ਚਾਹੁੰਦਾ ਹੈ, ਉਹ ਤੁਹਾਡੇ ਅਨੁਭਵ ਦੇ ਕੋਲ ਆ ਕੇ ਤੁਹਾਡੇ ਕੋਲ ਅਨੁਭਵੀ ਰੂਪ ਨੂੰ ਗ੍ਰਹਿਣ ਕਰਨ ਦੇ ਲਈ ਗਾਹਕ ਰੂਪ ਵਿੱਚ ਆਏਗਾ। ਲੈ ਗੋ ਮਹਿੰਗੇ ਮੋਲ, ਅਤੇ ਫਿਰ ਬੜੇ ਕੀਮਤੀ ਮੁੱਲ ਦੇ ਨਾਲ ਉਹ ਤੁਹਾਡੇ ਪਾਸੋਂ ਲੈ ਜਾਏਗਾ। ਭਗਤ ਕਬੀਰ ਸਾਹਿਬ ਇਸ ਪ੍ਰਕਾਰ ਬਖਸ਼ਿਸ਼ ਕਰਦੇ ਹਨ। ਹੁਣ ਇਸ ਸ਼ਲੋਕ ਨੂੰ ਸ਼ਬਦ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ। ਭਗਤ ਕਬੀਰ ਸਾਹਿਬ ਜੀ ਨੇ ਕਬੀਰ ਰਾਮ ਰਤਨ ਮੁਖ ਕੋਥਰੀ ਬਖਸ਼ਿਸ਼ ਕੀਤੀ ਹੈ। ਹੁਣ ਇਸ ਸ਼ਲੋਕ ਦੁਆਰਾ ਭਗਤ ਕਬੀਰ ਸਾਹਿਬ ਜੀ ਆਪਣੇ ਜੀਵਨ ਦੇ ਅੰਤਰੀਵ ਦਾ ਅਨੁਭਵ ਸਾਡੇ ਸਨਮੁਖ ਰੱਖ ਰਹੇ ਹਨ। ਵੇਖੋ, ਦੁਨੀਆ ਦੇ ਵਿੱਚ ਬਹੁਤ ਕੁਝ ਐਸਾ ਹੈ ਜਿਹੜਾ ਵੰਡਿਆ ਜਾ ਸਕਦਾ ਹੈ ਔਰ ਲਗਾਤਾਰ ਵੰਡਿਆ ਜਾ ਸਕਦਾ। ਉਹਦੇ ਲਈ ਅਧਿਕਾਰੀ, ਅਣਅਧਿਕਾਰੀ, ਲਾਇਕ ਜਾਂ ਨਾ ਲਾਇਕ ਦਾ ਜਿਹੜਾ ਹੈ ਕੋਈ ਵਿਸ਼ਾ ਨਹੀਂ ਬਣਦਾ। ਜਿਵੇਂ ਉਦਾਹਰਨ ਦੇ ਤੌਰ 'ਤੇ ਮਾਤਾ ਪਿਤਾ ਸੰਪੱਤੀ ਅਰਜਿਤ ਕਰਦਾ ਹੈ। ਸੰਪੱਤੀ ਅਰਜਿਤ ਕਰਨ ਤੋਂ ਬਾਅਦ ਜਦੋਂ ਸੰਸਾਰ ਤੋਂ ਚੱਲਣਾ ਪੈਂਦਾ ਹੈ ਤਾਂ ਯਕੀਨਨ ਉਹ ਆਪਣੀ ਸੰਪੱਤੀ ਜਿਹੜੀ ਹੈ ਉਹ ਆਪਣੀ ਸੰਤਾਨ ਨੂੰ ਸੌਂਪ ਜਾਂਦੇ ਹਨ, ਔਰ ਇਹਦੇ ਵਿੱਚ ਕੋਈ ਇਤਰਾਜ਼ ਵੀ ਨਹੀਂ, ਯਕੀਨਨ ਹੈ ਉਹਨਾਂ ਦੀ ਹੋਏਗੀ। ਪਰ ਇਸ ਤੋਂ ਇਲਾਵਾ ਮਨੁੱਖ ਆਪਣੇ ਜੀਵਨ ਦੇ ਵਿੱਚ ਬੜਾ ਕੁਝ ਕਮਾਉਂਦਾ ਹੈ। ਇਹ ਖਾਸ ਕਰਕੇ ਦੋ ਚੀਜ਼ਾਂ ਹਨ ਜਿਹੜੀਆਂ ਦੁਨੀਆ ਦੇ ਵਿੱਚ ਜਦੋਂ ਭਗਤ ਕਬੀਰ ਸਾਹਿਬ ਜੀ ਨੇ ਰਾਮ ਰਤਨ ਕਿਹਾ, ਇਹਦਾ ਪਹਿਲਾ ਪੱਖ ਮੈਂ ਇਹ ਸਾਂਝਾ ਕਰਦਿਆਂ ਕਿ ਜਦੋਂ ਇਸ ਸ੍ਰਿਸ਼ਟੀ ਦੇ ਵਿੱਚ ਰਹਿ ਕੇ ਬੰਦਾ ਪਦਾਰਥਕ ਜਾਂ ਹੋਰ ਸਭ ਤਰ੍ਹਾਂ ਦੀਆਂ ਵਲਗਣਾਂ ਨੂੰ ਛੱਡ ਕੇ ਕਿਸੇ ਵਿਸ਼ੇਸ਼ ਗੁਣ ਦੀ ਕਮਾਈ ਕਰਦਾ ਹੈ, ਇਸ ਕਾਇਆ ਦੇ ਨਾਲ, ਇਸ ਬੁੱਧ ਦੇ ਨਾਲ, ਜਿਵੇਂ ਸੰਗੀਤ ਦੀ ਕਰ ਲਈ, ਵਿੱਦਿਆ ਦੀ ਕਰ ਲਈ, ਕਿਸੇ ਵੱਡੀ ਕਲਾ ਦੀ ਕਮਾਈ ਕਰ ਲਈ, ਜਦੋਂ ਉਹ ਉਸ ਕਮਾਈ ਦੇ ਵਿੱਚੋਂ ਗੁਜ਼ਰਦਾ ਹੈ ਤਾਂ ਉਹ ਆਪਣੇ ਜੀਵਨ ਦਾ ਬੜਾ ਕੁਝ ਤਿਆਗ ਵੀ ਨਾਲ ਦੀ ਨਾਲ ਕਰਦਾ ਹੈ। ਫਿਰ ਉਸ ਕਮਾਈ ਜਦੋਂ ਉਹਦੇ ਜੀਵਨ 'ਚ ਢਲ ਜਾਂਦੀ ਹੈ, ਉਹ ਅੰਦਰੂਨੀ ਤੌਰ 'ਤੇ ਅਮੀਰ ਹੋ ਜਾਂਦਾ ਹੈ। ਹੁਣ ਸਾਡੇ ਪਾਸ 10 ਤਰ੍ਹਾਂ ਦੇ ਮਨੁੱਖ ਖਿਲਾਰ ਦਿੱਤੇ ਜਾਣ ਅਤੇ ਕੋਈ ਸ਼ਖਸ ਕਵੇ ਕਿ ਬੜੇ ਅਮੀਰ ਹਨ ਪਰ ਉਹਨਾਂ ਦੇ ਪਾਸ ਕੁਝ ਵੀ ਨਾ ਹੋਵੇ, ਅਸੀਂ ਉਹਦੀ ਅਮੀਰੀ ਨੂੰ ਮੰਨਣ ਤੋਂ ਇਨਕਾਰੀ ਹੋ ਜਾਵਾਂਗੇ। ਪਰ ਉਹਨਾਂ ਦੀ ਅਮੀਰੀ ਉਹਨਾਂ ਦੇ ਕਰਮ ਨਾਲ ਪ੍ਰਗਟ ਹੋਏਗੀ। ਭਾਵ ਕਿ ਇੱਕ ਸੰਗੀਤਕਾਰ ਹੈ, ਉਹਦੇ ਹੱਥ ਦੇ ਵਿੱਚ ਸਾਜ਼ ਪਕੜਾ ਦਿਆਂਗੇ, ਜੇ ਨਹੀਂ ਵੀ ਪਕੜਾ ਦੇਵਾਂਗੇ ਤਾਂ ਉਹਦਾ ਜੀਵਨ ਹੀ ਸਾਜ਼ ਹੁੰਦਾ ਹੈ। ਉਹਦੇ ਉਚਾਰਨ ਦੇ ਨਾਲ ਹੀ ਸੰਗੀਤ ਦੀ ਸੁਰ ਪੈਦਾ ਹੋ ਜਾਂਦੀ ਹੈ। ਇਹ ਉਹਦੇ ਜੀਵਨ ਦੀ ਕਮਾਈ ਹੈ ਕਿ ਉਹਨੇ ਜੀਵਨ ਭਰ ਸੁਰ ਦੀ ਸਾਧਨਾ ਕਰਕੇ ਆਪਣੇ ਜੀਵਨ ਨੂੰ, ਆਪਣੀ ਦੇਹ ਨੂੰ ਹੀ ਸਾਜ਼ ਬਣਾ ਲਿਆ। ਇੱਕ ਚਿੱਤਰਕਾਰ ਦੇ ਕੋਲ ਕਲਾ ਦੀਆਂ ਬੜੀਆਂ ਬਰੀਕੀਆਂ ਹਨ, ਚਿੱਤਰਕਾਰੀ ਦੇ ਨਿਰਮਾਣ ਦੀਆਂ, ਪਰ ਉਹ ਇੰਝ ਨਹੀਂ ਪਤਾ ਲੱਗਦੀਆਂ। ਉਹ ਇਸ ਕਰਕੇ ਜਦੋਂ ਉਹਦੇ ਸਾਹਮਣੇ ਕੈਨਵਸ ਆਏਗਾ ਉਹ ਤੁਹਾਨੂੰ ਕਲਾ ਦੇ ਦਰਸ਼ਨ ਕਰਾ ਦੇਗਾ। ਇਸੇ ਤਰ੍ਹਾਂ ਜਦੋਂ ਬੁੱਤ ਤਰਾਸ਼ ਹੁੰਦਾ ਜਿਹੜਾ, ਉਂਝ ਉਹਦੇ ਸਾਹਮਣੇ ਕੋਈ ਕਲਾ ਨਹੀਂ, ਪਰ ਜਦੋਂ ਉਹਦੇ ਕੋਲੋਂ ਅਣਘੜੀ ਵਸਤ ਆਏਗੀ ਉਹਨੂੰ ਘੜ ਕੇ ਇੱਕ ਅਜਿਹਾ ਰੂਪ ਦੇਵੇਗਾ ਕਿ ਉਹ ਚੀਜ਼ ਬੇਸ਼ਕੀਮਤੀ ਹੋ ਜਾਏਗੀ। ਇਸ ਕਰਕੇ ਫਿਰ ਜਿਹੜਾ ਵਿੱਦਿਆ ਦਾ ਧਨ ਹੈ ਮਨੁੱਖ ਪਾਸ ਆਉਂਦਾ। ਵਿੱਦਿਆ ਕੇਵਲ ਕਿਸੇ ਆਮ ਵਿਸ਼ੇ ਦੀ ਜਾਣਕਾਰੀ ਦਾ ਮਤਲਬ ਨਹੀਂ। ਵਿੱਦਿਆ ਦਾ ਮਤਲਬ ਜਿਹਦੇ ਵਿੱਚ ਬੰਦਾ ਚੀਜ਼ਾਂ ਦੇ ਗੋਹਜ ਭੇਦ ਜਾਣਦਾ ਹੈ। ਇਹ ਚੀਜ਼ਾਂ ਸਾਰਾ ਸੰਸਾਰ ਸੰਗ੍ਰਹਿਤ ਕਰਦਾ ਹੈ, ਔਰ ਸਭ ਤੋਂ ਵੱਡੀ ਗੱਲ ਹੈ ਪੂਰੀਆਂ ਦੀਆਂ ਪੂਰੀਆਂ ਕਿਸੇ ਨੂੰ ਵੀ ਦਿੱਤੀਆਂ ਨਹੀਂ ਜਾ ਸਕਦੀਆਂ। ਇਸ ਕਰਕੇ ਦੁਨੀਆ ਦੇ ਬੜੇ ਉਸਤਾਦ ਲੋਕ ਬਸ ਕਈ ਵਾਰੀ ਇਸ ਗੱਲੋਂ ਪਰੇਸ਼ਾਨ ਰਹਿੰਦੇ ਹਨ ਕਿ ਜੋ ਉਹਨਾਂ ਨੇ ਕਮਾਈ ਕੀਤੀ ਉਹਦਾ ਠੀਕ ਅਧਿਕਾਰੀ ਪੈਦਾ ਨਹੀਂ ਹੋ ਸਕਿਆ ਜਿਹਨੂੰ ਇਹ ਚੀਜ਼ ਸੌਂਪੀ ਜਾ ਸਕੇ। ਇਸ ਕਰਕੇ ਅਸੀਂ ਬਾਣੀ 'ਚ ਵਾਕ ਪੜ੍ਹਦੇ ਨਾ, ਗੁਰੂ ਸਾਹਿਬ ਜੀ ਦੇ ਭੱਟ ਸਾਹਿਬਾਨਾਂ ਨੇ ਵਾਕ ਕਹੇ ਹਨ ਕਿ ਗੁਰੂ ਸਾਹਿਬ ਜੀ ਭੱਟ ਸਾਹਿਬਾਨਾਂ ਨੇ ਵਾਕ ਹਨ, ਸੋਢੀ ਸ੍ਰਿਸ਼ਟ ਸਕਲ ਤਾਰਨ ਕਉ ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਉਹਦਾ ਕਾਰਨ ਕੀ ਸੀ? ਉਹਦਾ ਇਸ ਵਾਕ ਕਹਿਣ ਦਾ ਕਾਰਨ ਕੀ ਹੈ ਭੱਟ ਸਾਹਿਬਾਨਾਂ ਦਾ? ਉਹਦਾ ਕਾਰਨ ਹੈ ਕਿ ਗੁਰੂ ਨਾਨਕ ਦੇ ਦਰ ਘਰ ਦਾ ਜਿਹੜਾ ਮਹਾ ਮਕਸਦ ਹੈ ਉਹ ਹੈ ਸ੍ਰਿਸ਼ਟੀ ਦਾ ਕਲਿਆਣ ਕਰਨਾ।
ਤੇ ਸ੍ਰਿਸ਼ਟੀ ਦੇ ਕਲਿਆਣ ਲਈ ਕਿਸੇ ਨੂੰ ਦਇਆ ਦੀ ਛੋਹ ਲਾਉਣੀ ਪਏਗੀ, ਕਿਸੇ ਨੂੰ ਗਿਆਨ ਦੇ ਪ੍ਰਕਾਸ਼ ਨਾਲ ਨਿਵਾਜਣਾ ਪਏਗਾ, ਕਿਸੇ ਨੂੰ ਸੇਵਾ ਦੀ ਘਾਲਣਾ ਵਿੱਚ ਪਾ ਕੇ ਪ੍ਰਵਾਨ ਚੜ੍ਹਨਾ ਪਏਗਾ, ਕਿਸੇ ਨੂੰ ਵੈਸੇ ਆਪਣੀ ਮੁਬਾਰਕ ਨਜ਼ਰ ਦੇ ਨਾਲ ਮੁਕਤ ਕਰਨਾ ਪਏਗਾ। ਭਾਵ ਕਿ ਸਾਰੇ ਸੰਸਾਰ ਵਿੱਚ ਦਇਆ ਵਰਤਾਉਣੀ ਹੈ। ਅਤੇ ਇਹ ਦਇਆ ਦਾ ਜਿਹੜਾ ਮੁਜੱਸਮ ਹੈ ਗੁਰੂ ਰਾਮਦਾਸ ਸਾਹਿਬ ਜੀ ਬਣ ਚੁੱਕੇ ਹਨ। ਇਸ ਕਰਕੇ ਹੁਣ ਇਹ ਵਡਿਆਈ ਇਹਨਾਂ ਨੂੰ ਮਿਲੇਗੀ, ਕਿਉਂਕਿ ਇਹੀ ਅੱਗੇ ਦਇਆ ਗਿਆਨ ਸਭ ਕੁਝ ਵੰਡ ਸਕਦੇ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਾਮ ਰਤਨ ਮੁਖ ਕੋਥਰੀ, ਕਿਉਂਕਿ ਜਿੰਨਾ ਕਿਸੇ ਨੇ ਅਰਜਿਤ ਕੀਤਾ ਜੇ ਉਹਦਾ ਅਧਿਕਾਰੀ ਪੈਦਾ ਹੋ ਜਾਏ। ਇਸ ਕਰਕੇ ਜੀਵਨ ਦੇ ਵਿੱਚ ਦੋ ਗੱਲਾਂ ਦਾ ਨਿਰਣਾ ਹਮੇਸ਼ਾ ਕਰਕੇ ਚੱਲਣਾ ਕਿ ਜਿਹੜੀ ਸੰਤਾਨ ਹੈ ਸਾਡੇ ਕੋਲੋਂ ਹਮੇਸ਼ਾ ਸਾਡਾ ਪਦਾਰਥ ਚਾਹੁੰਦੀ ਹੈ। ਸੰਤਾਨ ਇੱਥੋਂ ਤੱਕ ਮਹਿਦੂਦ ਰਹਿੰਦੀ ਹੈ। ਜੇ ਗੁਰਿਆਈ ਦੇ ਸੰਬੰਧ ਵਿੱਚ ਗੁਰੂ ਪੁੱਤਰਾਂ ਨੇ ਥੋੜ੍ਹਾ ਇਤਰਾਜ਼ ਕੀਤਾ ਤਾਂ ਉਹ ਪਦਾਰਥਕ ਸੰਪਤੀ ਦਾ ਕਾਰਨ ਸੀ ਕਿ ਜਿਹੜੀ ਗੁਰਿਆਈ ਦੇ ਕਰਕੇ ਇੰਨਾ ਮਾਣ ਜਸ ਮਿਲਦਾ ਹੈ, ਧਨ ਪਦਾਰਥ ਭੇਟਾ ਰੂਪ ਹੁੰਦੇ ਨੇ, ਉਹ ਸਾਨੂੰ ਮਿਲ ਜਾਣ। ਉਹਦੇ ਮਗਰ ਵੱਡਾ ਕੋਈ ਕਾਰਨ ਨਹੀਂ ਸੀ। ਇਸ ਕਰਕੇ ਦੁਨੀਆ ਦੇ ਵਿੱਚ ਦੋ ਤਰ੍ਹਾਂ ਨਾਲ ਬੰਦੇ ਨੂੰ ਜਿਉਣਾ ਪੈਂਦਾ ਹੈ। ਇੱਕ ਹੈ ਪਦਾਰਥਕ ਤੌਰ 'ਤੇ ਕੀਤੀ ਹੋਈ ਕਮਾਈ, ਜਿਹੜੀ ਸੰਪੱਤੀ ਰੂਪ ਦੇ ਵਿੱਚ ਸਾਡੇ ਕੋਲ ਪਈ ਹੁੰਦੀ ਹੈ। ਯਕੀਨਨ ਔਲਾਦ ਨੂੰ ਨਹੀਂ ਦੇਵਾਂਗੇ ਤਾਂ ਉਹ ਕਾਨੂੰਨ ਤਰੀਕੇ ਦੇ ਨਾਲ ਹਥਿਆ ਵੀ ਲਵੇਗੀ। ਪਰ ਦੂਜੇ ਪਾਸੇ ਜਿਹੜੀ ਸਾਡੀ ਕਿਸੇ ਗੁਣ ਦੀ ਕਮਾਈ ਹੈ, ਹੁਣ ਗੁਣ ਦੀ ਕਮਾਈ ਦਾ ਵੀ ਇੱਕ ਪੱਖ ਇਹ ਬਣਦਾ ਹੈ ਕਿ ਅਸੀਂ ਕਿਸ ਗੁਣ ਦੀ ਕਮਾਈ ਕਰਦੇ ਹਾਂ ਆਪਣੇ ਜੀਵਨ ਦੇ ਵਿੱਚ। ਸਾਡੇ ਕੋਲ ਕਿਹੜੀ ਐਸੀ ਮੌਲਿਕ ਪ੍ਰਤਿਭਾ ਹੈ ਜਿਹਦਾ ਅਸੀਂ ਕਿਤੇ ਦਾਅਵਾ ਰੱਖ ਸਕੀਏ ਕਿ ਇਸ ਦੀ ਕਮਾਈ ਅਸੀਂ ਜ਼ਿੰਦਗੀ ਭਰ ਕੀਤੀ ਹੈ। ਭਾਵੇਂ ਜੀਵਨ ਦੇ ਹੋਰ ਕਾਰਜ ਵੀ ਕੀਤੇ ਨੇ, ਪਰ ਇਸ ਮੌਲਿਕ ਪ੍ਰਤਿਭਾ ਸਾਡੇ ਕੋਲ ਹੈ। ਯਕੀਨਨ ਹੈ ਸਾਡੀ ਜਿਹੜੀ ਸੁਸਾਇਟੀ ਦੀ ਹਾਲਤ ਹੈ ਕਿਸੇ ਕੋਲ ਨਹੀਂ ਹੁੰਦਾ। ਇਸ ਕਰਕੇ ਵਰਤਮਾਨ ਸਮੇਂ ਦੇ ਵਿੱਚ ਮਾਤਾ ਪਿਤਾ ਆਪਣੀ ਪਦਾਰਥਕ ਜਿਹੜੀ ਸੰਪੰਨਤਾ ਹੈ ਉਹਦੇ ਨਾਲ ਔਲਾਦ ਨੂੰ ਮੁਤਾਸਰ ਕਰਨਾ ਚਾਹੁੰਦਾ ਹੈ ਕਿ ਤੂੰ ਮੰਨ ਕੇ ਮੈਂ ਇੱਕ ਕਰੋੜ ਖੜਾ ਕੀਤਾ ਹੈ। ਅਤੇ ਉਹ ਪਦਾਰਥਕ ਸੰਪੱਤੀ ਨੂੰ ਬੱਚਾ ਆਪਣੇ ਦ੍ਰਿਸ਼ਟੀਕੋਣ ਤੋਂ ਦੇਖਦਾ ਹੈ। ਉਹਦੇ ਜੀਵਨ ਦੀਆਂ ਲੋੜਾਂ, ਉਹਦੇ ਅੰਦਰ ਦੀਆਂ ਇੱਛਾਵਾਂ ਵਸੀਹ ਨੇ। ਉਹ ਸਮਝਦਾ ਕਰੋੜ ਦੀ ਸੰਪੱਤੀ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਇਸ ਕਰਕੇ ਉਹਨੂੰ ਓਡੀ ਵੱਡੀ ਰਿਸਪੈਕਟ ਨਹੀਂ ਦਿੰਦਾ ਅਤੇ ਮਾਤਾ ਪਿਤਾ ਦੇ ਸੰਬੰਧਾਂ ਵਿੱਚ, ਬੱਚੇ ਦੇ ਸੰਬੰਧਾਂ ਵਿੱਚ ਤਣਾਅ ਜਾਂ ਫਰਕ ਆਉਣਾ ਸ਼ੁਰੂ ਹੋ ਜਾਂਦਾ। ਇਹ ਮੈਂ ਆਰੰਭ ਦੇ ਵਿੱਚ ਨੁਕਤਾ ਤਾਂ ਅਰਜ਼ ਕੀਤਾ ਤਾਂ ਕਿ ਸਲੋਕ 'ਚ ਦੋ ਭਾਵ ਨੇ, ਕਿਉਂਕਿ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਪਾਰਖ ਆਗਿਆ ਖੋਲ। ਹੁਣ ਇਹ ਪਹਿਲਾ ਭਾਵ ਹੋ ਗਿਆ ਕਿ ਸੰਸਾਰ ਹਮੇਸ਼ਾ ਤੁਹਾਡੇ ਪਦਾਰਥ 'ਤੇ ਕਬਜ਼ਾ ਕਰ ਲਏਗਾ। ਪਦਾਰਥਕ ਜਿਹਦਾ ਤੁਸੀਂ ਆਕਾਰ ਬਣਾਇਆ, ਜਿਹਦੀ ਸਪੇਸ ਬਣਾਈ ਹੈ ਧਰਤੀ 'ਤੇ ਆਪਣਾ ਯਤਨ ਕਰਕੇ। ਪਰ ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਵਰਤਿਆ ਰਾਮ ਰਤਨ। ਹੁਣ ਰਾਮ ਰਤਨ ਦਾ ਭਾਵ ਇਹ ਹੈ ਕਿ ਕੋਈ ਬੰਦਾ ਧਰਮ ਦੇ ਅਭਿਆਸ ਵਿੱਚ ਪੈ ਗਿਆ। ਉਹਨੇ ਸਿਮਰਨ ਦੁਆਰਾ, ਸੇਵਾ ਦੁਆਰਾ, ਗਿਆਨ ਦੀ ਗਹਿਨ ਵਿਚਾਰ ਦੁਆਰਾ ਜੋ ਕੁਝ ਆਪਣੇ ਅੰਦਰ ਸੰਚਿਤ ਕੀਤਾ ਹੈ, ਔਰ ਉਸ ਸੰਚਿਤ ਕਰਨ ਦੇ ਲਈ ਉਹਨੂੰ ਕਿੰਨੀ ਪੀੜ ਦੇ ਵਿੱਚੋਂ ਗੁਜ਼ਰਨਾ ਪਿਆ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਪ੍ਰਾਪਤ ਕਰ ਲੈਂਦਾ ਹੈ ਉਸ ਤੋਂ ਬਾਅਦ ਉਹਨੂੰ ਚੁੱਪ ਹੋਣਾ ਪੈਂਦਾ ਹੈ, ਕਿਉਂਕਿ ਜਦੋਂ ਸੱਚ ਜਾਣ ਲਿਆ, ਸੱਚ ਤੋਂ ਬਾਅਦ ਬੰਦਾ ਚੁੱਪ ਹੀ ਹੁੰਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਾਰਖ ਆਗਿਆ ਖੋਲ। ਇਹਨੂੰ ਹਰ ਜਗ੍ਹਾ ਬਿਆਨ ਕਰਨ ਦੀ ਲੋੜ ਨਹੀਂ ਹੈ ਕਿ ਜਿੱਥੇ ਬੈਠੇ ਉੱਥੇ ਸਾਂਝ ਕਰਨ ਲੱਗ ਪਏ। ਇਸ ਕਰਕੇ ਕਹਿੰਦੇ ਪਾਰਖ ਆਗਿਆ ਖੋਲ, ਕਿਉਂਕਿ ਜੇ ਪਾਰਖ ਨੂੰ ਦਿੱਤਾ ਜਾਏਗਾ ਤਾਂ ਠੀਕ ਰੂਪ ਦੇ ਵਿੱਚ ਉਹਦੇ ਕੋਲ ਸੰਭਾਲਿਆ ਵੀ ਰਹੇਗਾ। ਉਹ ਜਦੋਂ ਅੱਗੇ ਫਾਰਵਰਡ ਕਰੇਗਾ ਤਾਂ ਓਨੀ ਹੀ ਸ਼ੁੱਧਤਾ ਦੇ ਨਾਲ ਕਰੇਗਾ। ਗਿਆਨ ਅਧਿਕਾਰੀ ਨੂੰ ਦੇ ਦਈਏ, ਜਿਵੇਂ ਉਦਾਹਰਨ ਦੇ ਤੌਰ 'ਤੇ ਇੱਕ ਚੋਰ ਹੈ ਅਤੇ ਇੱਕ ਗਾਹਕ ਹੈ। ਜਦੋਂ ਗਾਹਕ ਸੋਨਾ ਖਰੀਦਦਾ ਹੈ ਕੋਈ 10 ਗ੍ਰਾਮ, ਉਹ 50,000 ਰੁਪਇਆ ਅਦਾ ਕਰਦਾ ਹੈ। ਜਦੋਂ ਚੋਰ ਕਿਤੋਂ ਚੋਰੀ ਕਰਕੇ ਵੇਚਦਾ ਹੈ ਉਹਦਾ ਕੋਈ ਮੁੱਲ ਨਹੀਂ ਹੁੰਦਾ, ਉਹਦੀ ਲੋੜ ਹੀ ਹੁੰਦੀ। ਜੇ ਉਹਨੂੰ 500 ਦੀ ਲੋੜ ਹੈ, ਉਹ 10 ਗ੍ਰਾਮ ਸੋਨਾ ਅੱਗੇ 500 ਦਾ ਵੇਚ ਦਿੰਦਾ। ਗੱਲ ਕੀ ਹੈ ਕਿ ਉਹਦਾ ਪਾਰਖ ਦਾ ਵਿੱਚੋਂ ਭਾਵ ਖਤਮ ਹੈ। ਉਦਾਹਰਨ ਦੇ ਤੌਰ 'ਤੇ ਉਹਦੇ ਵਿੱਚੋਂ ਪਾਰਖ ਦਾ ਭਾਵ ਹੈ ਚੋਰ ਨੂੰ ਉਹਦੀ ਸੋਨੇ ਦੀ ਉੱਤਮਤਾ, ਗੁਣਵੱਤਾ ਦੇ ਨਾਲ ਮਤਲਬ ਨਹੀਂ। ਉਹ ਤਾਂ ਆਪਣੀ ਲੋੜ ਦੇ ਕੇਂਦਰ 'ਤੇ ਟਿਕਿਆ ਹੋਇਆ, ਖਲੋਤਾ ਹੋਇਆ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਾਮ ਰਤਨ ਮੁਖ ਕੋਥਰੀ ਪਾਰਖ ਆਗਿਆ ਖੋਲ। ਜਦੋਂ ਰੱਬੀ ਮਾਰਗ 'ਤੇ ਚੱਲਦਿਆਂ ਮਾਲਕ ਆਪਣੇ ਪਰਮ ਭੇਦਾਂ ਦਾ ਗਿਆਨ ਦਿੰਦਾ ਹੈ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਰਾਮ ਰੂਪ ਰਤਨ ਹੈ ਇਹਨੂੰ ਆਪਣੇ ਮੁੱਖ ਦੇ ਵਿੱਚ ਸੰਭਾਲ ਕੇ ਰੱਖ। ਇਹਦੀ ਆਮ ਸ਼ਰੇ ਬਾਜ਼ਾਰ ਦੇ ਵਿੱਚ ਨੁਮਾਇਸ਼ ਲਾਉਣਾ ਜਾਂ ਇਹਦਾ ਥਾਂ ਪੁਰ ਥਾਂ ਪ੍ਰਗਟਾਵਾ ਕਰਕੇ ਦੱਸਦੇ ਫਿਰਨਾ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਠੀਕ ਨਹੀਂ ਹੈ। ਇਸ ਕਰਕੇ ਜੇ ਖੋਲ੍ਹਣ ਦੀ ਲੋੜ ਹੈ ਤਾਂ ਪਾਰਖ ਆਗੈ ਖੋਲ। ਹੁਣ ਕਦੇ ਸ਼ਮਸ ਤਬਰੇਜ਼ ਅਤੇ ਮੌਲਾਨਾ ਰੂਮ ਦੀ ਜੀਵਨੀ ਪੜ੍ਹਿਓ, ਉਹਦੇ ਵਿੱਚ ਸਾਰੀ ਜ਼ਿੰਦਗੀ ਸ਼ਮਸ ਇਸ ਗੱਲ ਦੀ ਖੋਜ ਵਿੱਚ ਰਿਹਾ ਕਿ ਕੋਈ ਮੈਨੂੰ ਅਧਿਕਾਰੀ ਮਿਲੇ, ਜੋ ਮੈਨੂੰ ਰੱਬੀ ਅਨੁਭਵ ਪਤਾ ਲੱਗ ਗਏ ਨੇ। ਬੜਾ ਜ਼ਿੰਦਗੀ ਉਹ ਥਾਂ ਪੁਰ ਥਾਂ ਘੁੰਮਦਾ ਰਿਹਾ। ਮੌਲਾਨਾ ਰੂਮ ਖੁਦ ਸ਼ਮਸ ਤਬਰੇਜ਼ ਅਨਪੜ੍ਹ ਹੈ, ਨਹੀਂ ਪੜ੍ਹਿਆ ਹੋਇਆ ਕਿਸੇ ਸਕੂਲ, ਵਿਦਿਆਲੇ, ਮਦਰਸੇ, ਮਕਤਬ ਦੇ ਵਿੱਚ, ਪਰ ਜਦੋਂ ਉਹਨੂੰ ਆਪਣਾ ਚੇਲਾ ਲੱਭਿਆ ਠੀਕ ਰੂਪ ਦੇ ਵਿੱਚ, ਉਹ ਮੌਲਾਨਾ ਰੂਮੀ ਲੱਭਿਆ। ਮੌਲਾਨਾ ਰੂਮੀ ਉਹ ਜਿਹੜਾ ਇਸਲਾਮ ਦਾ, ਸੂਫੀਜ਼ਮ ਦਾ ਬੜਾ ਵੱਡਾ ਵਿਦਵਾਨ ਸੀ। ਫਿਰ ਉਹਨੂੰ ਸਾਰੇ ਰੱਬੀ ਭੇਦਾਂ ਦਾ ਗਿਆਨ ਉਹਨੇ ਦਿੱਤਾ, ਕਿਉਂਕਿ ਉਹਨੂੰ ਪਤਾ ਹੈ ਇਹ ਚੀਜ਼ ਨੂੰ ਸਮਝ ਸਕਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਾਰਖ ਆਗਿਆ ਖੋਲ। ਹੁਣ ਮਨੁੱਖ ਪੁੱਛੇਗਾ ਕਿ ਰਾਮ ਰਤਨ ਦੇ ਵਿੱਚ ਕੀ ਖਾਸ ਹੁੰਦਾ ਹੈ। ਅਸੀਂ ਵੀ ਬਾਣੀ ਪੜ੍ਹਦੇ, ਸਾਨੂੰ ਬੜੇ ਅਰਥ ਆਉਂਦੇ ਨੇ ਬਾਣੀ ਦੇ, ਵੀ ਕੀ ਖਾਸ ਹੁੰਦਾ ਉਹਦੇ ਵਿੱਚ, ਜਿਹਦੇ ਕਰਕੇ ਉਹ ਨਹੀਂ ਸਾਂਝਾ ਕਰਨਾ ਚਾਹੀਦਾ ਜਲਦੀ ਕੀਤੇ। ਹੁਣ ਇਹਦਾ ਥੋੜ੍ਹਾ ਜਿਹਾ ਬਿਆਨ ਆਪਣੇ ਨਿੱਜ ਦੇ ਵਿੱਚੋਂ ਆਪਦੇ ਸਨਮੁਖ ਰੱਖਦੇ ਹਾਂ। ਜਦੋਂ ਅਸੀਂ ਰੱਬੀ ਜਿਵੇਂ ਬਾਣੀ ਪੜ੍ਹਦੇ ਹਾਂ, ਬਾਣੀ ਦੇ ਇੱਕ ਅਰਥ ਹਨ ਜਿਹੜੇ ਸਾਨੂੰ ਟੀਕੇ ਦੇ ਅੰਤਰਗਤ ਪ੍ਰਾਪਤ ਨੇ। ਹੁਣ ਟੀਕੇ ਦੇ ਅਰਥ ਜਿਸ ਵੀ ਟੀਕਾਕਾਰ ਨੇ ਕੀਤੇ ਨੇ, ਹੁਣ ਕਿਉਂਕਿ ਵਰਤਮਾਨ ਸਮੇਂ 'ਚ ਪਿਛਲੇ 50 ਸਾਲ ਤੋਂ ਘੱਟੋ ਘੱਟ ਗੁਰਬਾਣੀ ਦੇ ਟੀਕੇ ਦਾ ਕੋਈ ਵੱਡਾ ਯਤਨ ਨਹੀਂ ਹੋਇਆ। ਹੁਣ ਟੀਕੇ ਵਿੱਚ ਕਿਸੇ ਗੁਰਸਿੱਖ ਨੇ, ਕਿਸੇ ਵੱਡੇ ਵਿਦਵਾਨ ਨੇ ਅਰਥ ਕੀਤੇ ਨੇ, ਉਹ ਅਰਥਾਂ ਨੂੰ ਲੋਕ ਪੜ੍ਹਦੇ ਵੀ ਨੇ, ਉਹਨਾਂ ਬਾਰੇ ਜਾਣਦੇ ਵੀ ਨੇ, ਪਰ ਉਹਨਾਂ ਨੂੰ ਜਾਣਨ ਤੋਂ ਬਾਅਦ ਮਨੁੱਖਾਂ ਦੀ ਜਿਹੜੀ ਜਿਗਿਆਸਾ ਹੈ ਉਹ ਤ੍ਰਿਪਤ ਨਹੀਂ ਹੁੰਦੀ। ਉਹਨਾਂ ਦੀ ਰੂਹ ਨੂੰ ਨਸ਼ਾ ਨਹੀਂ ਚੜ੍ਹਦਾ ਬਾਣੀ ਦੇ ਅਰਥ ਪੜ੍ਹ ਕੇ ਵੀ। ਉਹਨਾਂ ਨੂੰ ਇੱਕ ਸਾਹਿਤਕ ਦੀ ਰਚਨਾ ਲੱਗਣ ਲੱਗ ਪੈਂਦੀ ਹੈ। ਉਹਨਾਂ ਨੂੰ ਜੀਵਨ ਦੇ ਵਿੱਚ ਲੱਗਣ ਲੱਗ ਪੈਂਦਾ ਕਿ ਜਿਵੇਂ ਅਸੀਂ ਆਮ ਗਿਆਨ ਦੀਆਂ ਗੱਲਾਂ ਸੁਣਦੇ ਹਾਂ ਕਿ ਮਰਨਾ ਸੱਚ ਹੈ, ਜਿਉਣਾ ਝੂਠ ਹੈ, ਜਾਂ ਹੋਰ ਕਈ ਗੱਲਾਂ ਜਿਹੜੀਆਂ ਸੁਣਦੇ ਹਾਂ, ਉਹਨਾਂ ਵਾਂਗ ਹੀ ਗੁਰਬਾਣੀ ਦਾ ਗਿਆਨ ਹੈ। ਪਰ ਜਦੋਂ ਕਿਸੇ ਅਨੁਭਵ, ਜਿੰਨੇ ਸ਼ਬਦ ਦੇ ਅਨੁਭਵ ਵਿੱਚ ਆਪਣਾ ਜੀਵਨ ਬਤੀਤ ਕੀਤਾ ਹੁੰਦਾ ਹੈ, ਜਦੋਂ ਉਹ ਅਰਥ ਦਾ ਪ੍ਰਕਾਸ਼ ਸਾਡੇ ਸਾਹਮਣੇ ਰੱਖਦਾ ਹੈ, ਅਤੇ ਸਾਡੇ ਜੀਵਨ ਦੇ ਵਿੱਚ ਬੜਾ ਕੁਝ ਐਸਾ ਹੈ ਜਿਹੜਾ ਅਚਰਜਤਾ ਦੇ ਨਾਲ ਭਰ ਜਾਂਦਾ ਹੈ। ਜਿਵੇਂ ਬਾਣੀ ਦੇ ਵਿੱਚ ਬੇਅੰਤ ਵਾਕ ਨੇ ਜਿਹੜੇ ਇੰਨੇ ਗੁਹਜ ਹਨ ਕਿ ਉਹ ਉਹਨਾਂ ਨੂੰ ਖੋਲ੍ਹਣ ਲੱਗਿਆਂ ਬੁੱਧੀ ਦੇ ਖੰਭ ਝੜ ਜਾਂਦੇ ਹਨ। ਅਤੇ ਇਸ ਕਰਕੇ ਜਦੋਂ ਉਹਨਾਂ ਦੇ ਪ੍ਰਕਾਸ਼ ਨੂੰ ਕੋਈ ਗੁਰਸਿੱਖ ਪਹਿਲਾਂ ਆਪ ਕਮਾਉਂਦਾ ਹੈ ਤਾਂ ਇਸ ਸਾਰੀ ਸਾਧਨਾ ਦੇ ਵਿੱਚੋਂ ਗੁਜ਼ਰਦਾ ਹੈ। ਜਿਵੇਂ ਇੱਕ ਵਾਕ ਦਾ ਹੀ ਸਨਮੁਖ ਅਰਜ਼ ਕਰਦੇ ਹਾਂ, ਬਾਣੀ 'ਚ ਵਾਕ ਆਉਂਦਾ ਹੈ, ਜੈ ਤਨ ਬਾਣੀ ਵਿਸਰ ਜਾਏ। ਇੱਕ ਪੱਖ ਤੋਂ ਗੱਲ ਰੱਖ ਲੈ, ਦੂਜਾ ਪੱਖ ਬਾਅਦ 'ਚ ਸਾਂਝਾ ਕਰਾਂ। ਪਹਿਲਾ ਪੱਖ ਹੈ ਕਿ ਅਨੁਭਵ ਪ੍ਰਕਾਸ਼ ਜਿਹਦੇ ਅੰਦਰ ਆਇਆ ਹੁੰਦਾ ਉਹਦੇ ਕੋਲ ਕੀ ਹੁੰਦਾ ਹੈ। ਬਾਣੀ ਦੇ ਅੰਦਰ ਵਾਕ ਹੈ, ਜੈ ਤਨ ਬਾਣੀ ਵਿਸਰ ਜਾਏ। ਟੀਕੇ ਦੇ ਪੱਧਰ 'ਤੇ ਅਰਥ ਪੜ੍ਹੋ, ਆਉਂਦਾ ਕਿ ਜਿਹਨੂੰ ਪਰਮੇਸ਼ਰ ਦੀ ਬਾਣੀ ਭੁੱਲ ਜਾਏ ਉਹ ਬੰਦਾ ਦੁਖੀ ਹੁੰਦਾ। ਹੁਣ ਉਦਾਹਰਨ ਦੇ ਤੌਰ 'ਤੇ ਬੰਦਾ ਮੁੜ ਕੇ ਜਗਤ ਵੱਲ ਦੇਖੇ, ਇਸ ਨਗਰ ਦੀ ਹੀ ਗੱਲ ਕਰ ਲਈ ਜਾਵੇ, 98% ਲੋਕ ਬਾਣੀ ਨਹੀਂ ਪੜ੍ਹਦੇ ਹੋਣਗੇ, ਪਰ ਫਿਰ ਵੀ ਉਹ ਸਾਨੂੰ ਸੁਖੀ ਨਜ਼ਰ ਆਉਂਦੇ ਨੇ। ਸਾਨੂੰ ਲੱਗਦਾ ਕੋਈ ਦੁੱਖ ਨਹੀਂ ਹੈ। ਸਰੀਰਕ ਤਲ 'ਤੇ ਵੀ ਠੀਕ ਨੇ, ਮਾਨਸਿਕ ਤਲ 'ਤੇ ਵੀ ਠੀਕ ਨੇ। ਹੁਣ ਇਹ ਹੋ ਗਏ ਟੀਕੇ ਦੇ ਅਰਥ। ਹੁਣ ਜਿਹਨੇ ਅਨੁਭਵ ਪ੍ਰਕਾਸ਼ ਕਮਾਇਆ ਉਹਦੇ ਅਰਥ ਕੁਝ ਭਿੰਨ ਹੋਣਗੇ ਅਤੇ ਉਹਦੇ ਅਰਥ ਨਵੀਨ ਹੋਣਗੇ। ਨਵੀਨ ਦਾ ਭਾਵ ਹੈ ਜਿਵੇਂ ਸਾਹਿਬ ਮੇਰਾ ਨੀਤ ਨਵਾਂ। ਹੁਣ ਇਹਦੇ ਅਨੁਭਵ ਪ੍ਰਕਾਸ਼ ਵਾਲੇ ਕੀ ਅਰਥ ਹਨ? ਬਾਣੀ ਦਾ ਭਾਵ ਹੈ ਕਿ ਮਾਲਕ ਨੇ ਜਦੋਂ ਇਸ ਜਗਤ ਨੂੰ ਸਜਿੰਦ ਕੀਤਾ, ਹੁਣ ਉਦਾਹਰਨ ਦੇ ਤੌਰ 'ਤੇ ਸਾਡੀ ਸੰਸਾਰ ਦੇ ਨਾਲ ਸਾਂਝ ਪੈਂਦੀ ਹੈ ਬੋਲਣ ਕਰਕੇ। ਅਸੀਂ ਕਿਸੇ ਨਾਲ ਬੋਲਾਂਗੇ ਨਹੀਂ, ਭਾਵੇਂ ਕਿੰਨਾ ਸਾਡਾ ਪਿਆਰ ਹੋਵੇ, ਅਸੀਂ ਨਹੀਂ ਪਤਾ ਲੱਗੇਗਾ ਛੇਤੀ ਕੀਤਾ। ਬੋਲ ਦੁਆਰਾ ਕੁਝ ਨਾ ਕੁਝ ਸਾਂਝਾ ਕੀਤਾ ਜਾਂਦਾ। ਫਿਰ ਉੱਥੇ ਬਾਣੀ ਦਾ ਭਾਵ ਇਹ ਹੈ ਕਿ ਬਾਣੀ ਕਰਕੇ ਹੀ ਮਨੁੱਖ ਦੀ ਸੁਰਤ ਕਿਰਿਆਸ਼ੀਲ ਹੁੰਦੀ ਹੈ, ਅਤੇ ਬਾਣੀ ਦੇ ਵਿੱਚ ਹੀ ਉਹਦੀ ਕਲਪਨਾ, ਉਹਦੇ ਅਹਿਸਾਸ, ਉਹਦੇ ਮਨ ਦਾ ਸਾਰਾ ਸੰਸਾਰ ਖੁੱਲ੍ਹਦਾ ਹੈ। ਇਸ ਕਰਕੇ ਜੈ ਤਨ ਬਾਣੀ ਭਾਵ ਜੇ ਬੰਦੇ ਦੇ ਅੰਦਰੋਂ ਉਹਦਾ ਮਨ ਕੱਢ ਲਿਆ ਜਾਵੇ, ਉਹਦੀ ਬੁੱਧ ਕੱਢ ਲਈ ਜਾਵੇ, ਉਹਦਾ ਚਿੱਤ ਕੱਢ ਲਿਆ ਜਾਵੇ, ਅਤੇ ਉਹਦੀ ਅਹੰ ਕੱਢ ਲਈ ਜਾਵੇ, ਉਹਦੀ ਕਲਪਨਾ ਖੋਹ ਲਈ ਜਾਵੇ, ਉਹਦੀ ਜਿਹੜੇ ਅਹਿਸਾਸ ਖੋਹ ਲਏ ਜਾਣ, ਅਤੇ ਬੰਦਾ ਮਗਰ ਕੀ ਬਚੇਗਾ? ਹੁਣ ਉਦਾਹਰਨ ਦੇ ਤੌਰ 'ਤੇ ਅਸੀਂ ਦਿਨ 'ਚ ਇੰਨੇ ਫੁਰਨੇ ਚੱਲਦੇ ਨੇ, ਜੇ ਸਾਡੇ ਮਨ ਦੀ ਹੋਂਦ ਹੀ ਗਾਇਬ ਹੋ ਜਾਏ, ਜੇ ਉਦਾਹਰਨ ਦੇ ਤੌਰ 'ਤੇ ਅਸੀਂ ਕਿੰਨੀਆਂ ਚੀਜ਼ਾਂ ਦੇ ਨਾਲ ਤਾਂ ਚੱਲ ਰਹੇ ਕਿ ਸਾਨੂੰ ਯਾਦ ਹੈ, ਜੇ ਸਾਡੇ ਅੰਦਰੋਂ ਚੇਤ ਹੀ ਗਾਇਬ ਹੋ ਜਾਏ, ਸਾਨੂੰ ਆਪਣੇ ਘਰ ਦਾ ਖਿਆਲ ਵੀ ਨਾ ਰਹੇ, ਸਾਡਾ ਖੁਦ ਦਾ ਜੀਵਨ ਕੀ ਹੈ ਉਹਦਾ ਖਿਆਲ ਨਾ ਰਹੇ, ਕਿੰਨਾ ਮੁਸ਼ਕਿਲ ਹੋ ਜਾਏ। ਸਾਡੇ ਅੰਦਰੋਂ ਅਹਿਸਾਸ ਬਿਲਕੁਲ ਗਬਨ ਹੋ ਜਾਣ,
ਤੇ ਅਸੀਂ ਨਾ ਦੁਸ਼ਮਣ ਦੀ ਕੈਟਾਗਰੀ ਬਣਾ ਸਕਾਂਗੇ, ਨਾ ਮਿੱਤਰ ਦੀ ਬਣਾ ਸਕਾਂਗੇ। ਜੀਵਨ ਕਿਹੋ ਜਿਹਾ ਰਹੇਗਾ? ਇਸ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ, ਜੈ ਤਨ ਬਾਣੀ ਵਿਸਰ ਜਾਏ, ਭਾਵ ਆਕਾਸ਼। ਆਤਮਾ ਦੇ ਉਤਰਨ ਦੇ ਨਾਲ ਹੀ ਬਾਅਦ 'ਚ ਜਦੋਂ ਆਤਮਾ ਦੇ ਉੱਚ ਸਰੂਪ ਨੂੰ ਨਹੀਂ ਜਾਣਦਾ, ਉਦੋਂ ਮਨ ਦੀ ਨਿਵਾਣ ਬਣਦੀ ਹੈ, ਅਤੇ ਮਨ ਦੀ ਨਿਵਾਣ ਦੇ ਵਿੱਚ ਸਾਰਾ ਕੁਝ ਹੋਂਦ ਵਿੱਚ ਆਉਂਦਾ ਹੈ। ਇਸ ਕਰਕੇ ਜਿਹਦੇ ਅੰਦਰ ਆਕਾਸ਼ ਹੀ ਨਹੀਂ ਹੈ, ਤਾਂ ਗੁਰੂ ਸਾਹਿਬ ਜੀ ਕਹਿੰਦੇ ਉਹ ਫਿਰ ਵਿਲ ਲਾਏ, ਵਿਲ ਲਾਉਂਦਾ ਹੈ। ਹੁਣ ਉਦਾਹਰਨ ਦੇ ਤੌਰ 'ਤੇ ਬੰਦਾ ਕੌਮਾਂ ਦੀ ਸਥਿਤੀ ਵਿੱਚ ਚਲਿਆ ਜਾਂਦਾ ਹੈ। ਹੁੰਦਾ ਕੀ ਉਹਦੇ ਕੋਲ ਬਾਣੀ ਹੁੰਦੀ ਹੈ, ਪਰ ਬਾਣੀ ਦੇ ਅੰਦਰਲੀ ਉਹਦੇ ਅੰਦਰ ਕੀ ਹੁੰਦਾ ਹੈ ਕਿ ਉਹਦੀ ਚੇਤਨਤਾ ਗਾਇਬ ਹੋ ਜਾਂਦੀ ਹੈ। ਉਹਨੂੰ ਬੰਦੇ ਨਜ਼ਰ ਆਉਂਦੇ ਨੇ, ਪਰ ਬੰਦੇ ਹੈ ਕੌਣ, ਇਸ ਗੱਲ ਦਾ ਖਿਆਲ ਹੀ ਭੁੱਲ ਜਾਂਦਾ। ਸਾਡਾ ਕੋਈ ਨਿਕਟਵਰਤੀ ਕਈ ਸਾਲਾਂ ਤੋਂ ਕੌਮਾਂ ਦੇ ਵਿੱਚ ਹੈ। ਕਿਸੇ ਸਮੇਂ ਨਗਰ ਦੇ ਲੋਕ ਉਹਨੂੰ ਬੜਾ ਪੜ੍ਹਿਆ ਲਿਖਿਆ ਮੰਨਦੇ ਸਨ, ਉਹਦੀ ਹਰੇਕ ਸਲਾਹ ਲਈ ਉਹਨੂੰ ਬੁਲਾ ਕੇ ਲਿਆਉਂਦੇ ਸਨ। ਲੱਖਾਂ ਰੁਪਏ ਦੀ ਸੰਪੱਤੀ ਹੈ ਉਹਦੀ ਆਪਣੀ। ਜਦੋਂ ਦਾ ਇਸ ਹਾਲਤ ਵਿੱਚ ਪਰਤਿਆ ਹੈ, ਉਹਨੂੰ ਆਪਣੇ ਪਰਿਵਾਰਕ ਜੀਆਂ ਦੀ ਪਹਿਚਾਣ ਨਹੀਂ। ਕਈ ਸਾਲ ਹੋ ਗਏ ਨੇ, ਹਜ਼ਾਰਾਂ ਯਤਨ ਕੀਤੇ ਨੇ, ਨਹੀਂ ਪਰਤ ਸਕਿਆ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਆਖਦੇ ਹਨ, ਤਾਂ ਕਰਕੇ ਅਨੁਭਵ ਕੀਤਾ ਕਿ ਅਨੁਭਵ ਪ੍ਰਕਾਸ਼। ਜਦੋਂ ਇਹ ਖੁੱਲ੍ਹਦਾ ਹੈ, ਉਦੋਂ ਬੰਦੇ ਦੀ ਰੂਹ ਨਸ਼ਿਆਈ ਜਾਂਦੀ, ਉਹਨੂੰ ਸਮਝ ਲੱਗਦੀ ਕਿ ਬਾਣੀ ਬੜੇ ਵੱਡੇ ਭਾਵ ਵਿੱਚ ਲਿਖੀ ਗਈ ਹੈ, ਅਤੇ ਉਹ ਆਪਣਾ ਜੀਵਨ ਬਾਣੀ ਦੇ ਪਰਮ ਗਿਆਨ ਨਾਲ ਜੋੜਦਾ ਹੈ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਰਾਮ ਰਤਨ ਮੁਖ ਕੋਥਰੀ। ਸਾਡੇ ਸਿੱਖ ਪੰਥ ਦੇ ਵਿਦਵਾਨ ਹੋਏ ਨੇ ਜਸਵੰਤ ਸਿੰਘ ਨੇਕੀ, ਉਹ PGI ਦੇ ਡਾਇਰੈਕਟਰ ਵੀ ਰਹੇ, WHO ਦੇ ਡਾਇਰੈਕਟਰ ਵੀ ਰਹੇ। ਉਹਨਾਂ ਨੇ ਜੀਵਨ ਦੇ ਵਿੱਚ ਬਾਣੀ ਪੜ੍ਹਨ ਦੀ, ਉਹਦੇ ਅਰਥ ਜਾਣਨ ਦੀ ਜਗਿਆਸਾ ਉਪਜੀ। ਉਹਨਾਂ ਨੇ ਜਪਜੀ ਸਾਹਿਬ ਦੇ 10-12 ਟੀਕੇ ਖਰੀਦ ਲਏ, ਅਤੇ ਇੱਕ ਪੰਗਤੀ ਸੀ, ਪੰਚਾਂ ਕਾ ਗੁਰ ਏਕ ਧਿਆਨ। ਉਹਨਾਂ 10-12 ਟੀਕੇ ਪੜ੍ਹੇ, ਉਹਨਾਂ ਦੀ ਕੋਈ ਖਾਸ ਕਿਸਮ ਦੀ ਤਸੱਲੀ ਨਾ ਹੋਈ, ਸਕੂਨ ਜਿਹਾ ਨਾ ਕੋਈ ਉਪਜਿਆ ਇਹਨਾਂ ਜੋ ਟੀਕੇ ਦੇ ਅਰਥਾਂ ਨੂੰ ਪੜ੍ਹ ਕੇ। ਫਿਰ ਜਿਨ੍ਹਾਂ ਪਾਸੋਂ ਪੁਸਤਕਾਂ ਖਰੀਦਦੇ ਸਨ, ਸਾਡੇ ਪੰਥ ਦੇ ਵਿੱਚ ਸਿੱਖ ਪੰਥ ਦੇ ਪੁਸਤਕਾਂ ਛਾਪਣ ਵਾਲੇ ਵੀ ਚੰਗੇ ਇੱਕੋ ਹੀ ਹਨ, ਸਿੰਘ ਬ੍ਰਦਰਜ਼ ਵਾਲੇ। ਉਹਨਾਂ ਦੇ ਮੁਖੀ ਸਨ, ਜਿਹੜਾ ਉਹਨਾਂ ਦੇ ਮਾਲਕ ਸਨ, ਸੇਵਾ ਸਿੰਘ। ਇੱਕ ਦਿਨ ਉਹਨਾਂ ਪਾਸ ਗਏ ਜਸਵੰਤ ਸਿੰਘ ਨੇਕੀ, ਜਾ ਕੇ ਕਹਿਣ ਲੱਗੇ, ਜੀ ਮੈਂ ਬੜੇ ਟੀਕੇ ਪੜ੍ਹੇ ਨੇ, ਪਰ ਮੈਨੂੰ ਇਸ ਗੱਲ ਦੇ ਅਰਥ ਸਪਸ਼ਟ ਨਹੀਂ ਹੋਏ, ਜਾਂ ਮੈਨੂੰ ਕਮਾਲ ਜਿਹਾ ਨਹੀਂ ਲੱਗਾ ਇਹਨਾਂ ਦੇ ਵਿੱਚ, ਤਾਂ ਮੈਂ ਕੀ ਕਰਾਂ? ਫਿਰ ਉਹਨਾਂ ਨੇ ਇੱਕ ਜਵਾਬ ਦਿੱਤਾ, ਉੱਥੋਂ ਦੇ ਮਾਲਕ ਨੇ, ਕਿ ਜਿਸ ਗੱਲ ਨੂੰ ਤੁਸੀਂ ਜਾਣਨਾ ਚਾਹੁੰਦੇ ਹੋ, ਇਹ ਅਨੁਭਵ ਦਾ ਵਿਸ਼ਾ ਹੈ। ਅਨੁਭਵ ਜਿਹੜਾ ਅਨੁਭਵ ਦੇ ਵਿੱਚੋਂ ਗੁਜ਼ਰ ਚੁੱਕਾ ਹੈ, ਜਾਂ ਅਨੁਭਵ ਜਿਹਦੇ ਅੰਦਰ ਮਾਲਕ ਨੇ ਪ੍ਰਗਟਾ ਦਿੱਤਾ ਹੈ, ਉਹੀ ਅਨੁਭਵ ਦੀ ਬਾਤ ਸੁਣਾ ਸਕਦਾ ਹੈ ਕਿ ਏਕ ਧਿਆਨ ਦਾ ਅਰਥ ਕੀ ਹੁੰਦਾ ਹੈ। ਉਹ ਤੁਹਾਨੂੰ ਮਹਿਸੂਸ ਕਰਵਾ ਦੇ। ਇਸ ਕਰਕੇ ਕਿਸੇ ਅਨੁਭਵੀ ਗੁਰਸਿੱਖ ਦੀ ਤਲਾਸ਼ ਕਰੋ, ਉਹ ਤੁਹਾਨੂੰ ਇਹਦਾ ਅਰਥ ਪ੍ਰਕਾਸ਼ ਜਿਹੜਾ ਅਨੁਭਵ ਵਾਲਾ ਹੈ, ਉਹਦੇ 'ਤੇ ਜਾਣੂ ਕਰਾਏਗਾ। ਹੁਣ ਉਦਾਹਰਨ ਦੇ ਤੌਰ 'ਤੇ 2 ਤਰ੍ਹਾਂ ਦਾ ਗਿਆਨ ਹੁੰਦਾ। ਇੱਕ ਹੁੰਦਾ ਉਧਾਰਾ ਲਿਆ ਹੋਇਆ ਗਿਆਨ, ਇੱਕ ਹੁੰਦਾ ਖੁਦ ਤੋਂ ਜਨਮਤ ਕੀਤਾ ਹੋਇਆ ਗਿਆਨ। ਜਿਵੇਂ ਮਾਤਾ 2 ਤਰ੍ਹਾਂ ਦੀ ਹੁੰਦੀ ਹੈ, ਇੱਕ ਮਾਤਾ ਜਿਹੜੀ ਔਲਾਦ ਨੂੰ ਆਪਣੇ ਆਪ ਤੋਂ ਨਿਰਮਿਤ ਕਰਦੀ ਹੈ, ਇੱਕ ਹੁੰਦੀ ਹੈ ਸੌਰਗੇਟ ਮਦਰ, ਜਿਹੜੀ ਕਿਰਾਏ ਦੀ ਕੁੱਖ ਲੈ ਕੇ ਬੱਚਾ ਲਿਆ ਜਾਂਦਾ। ਜਿਹਨੇ ਖੁਦ ਤੋਂ ਨਿਰਮਿਤ ਕੀਤਾ ਹੈ, ਉਹਨੂੰ ਜੀਵਨ ਭਰ ਬੱਚੇ ਦੀ ਅੰਦਰੂਨੀ ਵਿਥਿਆ ਆਪਣੇ ਅੰਦਰ ਮਹਿਸੂਸ ਹੁੰਦੀ ਰਹਿੰਦੀ ਹੈ। ਜਿਹਨੇ ਆਪਣੇ ਆਪ ਤੋਂ ਬੱਚੇ ਨੂੰ ਜਨਮ ਦਿੱਤਾ ਹੈ, ਬੱਚੇ ਦੀ ਕੋਈ ਵੀ ਸਰੀਰਕ ਮਾਨਸਿਕ ਹਾਲਤ ਹੈ, ਖੁਦ ਜਨਮ ਦੇਣ ਵਾਲੀ ਨੂੰ ਆਪਣੇ ਆਪ ਮਹਿਸੂਸ ਹੁੰਦੀ ਰਹਿੰਦੀ ਹੈ। ਕਿਰਾਏ ਦੀ ਕੁੱਖ ਦੇ ਅਨੁਭਵ ਵਾਲੇ ਨੂੰ ਇੰਨਾ ਕੁ ਅਹਿਸਾਸ ਰਹਿੰਦਾ ਕਿ ਮੇਰੀ ਸੰਤਾਨ ਹੈ, ਪਰ ਉਹਦੇ ਅੰਦਰ ਦੀ ਮਾਨਸਿਕ ਪੀੜਾ ਕੀ ਚੱਲ ਰਹੀ ਹੈ, ਇਸ ਗੱਲ ਦਾ ਅਨੁਭਵ ਨਹੀਂ ਹੁੰਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਰਾਮ ਰਤਨ ਮੁਖ ਕੋਥਰੀ। ਇੱਕ ਗਿਆਨ ਹੈ ਜਿਹੜਾ ਉਹਨੇ ਕਿਤਾਬਾਂ ਦੇ ਵਿੱਚੋਂ ਅਰਜਿਤ ਕੀਤਾ ਹੈ, ਪਰ ਇਹਦੇ ਵਿੱਚ ਲਈ ਇਹ ਨਹੀਂ ਕਿ ਕਿਤਾਬਾਂ ਦਾ ਨਿਸ਼ੇਧ ਹੈ। ਸਾਡੇ ਅੱਜ ਬੜੀ ਹੈਰਾਨਗੀ ਹੁੰਦੀ ਹੈ ਕਿ ਕਦੇ ਅਸੀਂ ਆਪਸੀ ਕਥਾਵਾਚਕਾਂ ਦੇ ਵਿੱਚ ਗੱਲ ਕਰੀਏ ਤਾਂ ਉਹ ਜਿਹੜੀ ਪੁਸਤਕਾਂ ਪੜ੍ਹਨਾ ਜਾਂ ਇਸ ਤਰ੍ਹਾਂ ਦੀ, ਉਹਨੂੰ ਦੁਨਿਆਵੀ ਗਿਆਨ ਕਹਿਣਗੇ। ਦੁਨਿਆਵੀ ਗਿਆਨ ਦੀ ਲਿਮਟ ਵਿੱਚੋਂ ਲੰਘ ਕੇ ਹੀ ਕਿਸੇ ਉੱਚੇ ਗਿਆਨ ਦਾ ਪਤਾ ਲੱਗਦਾ ਹੈ। ਜਿੰਨੇ ਨੇ ਦੁਨੀਆ ਨੂੰ ਨਹੀਂ ਜਾਣਿਆ, ਉਹ ਨਿਰੰਕਾਰ ਨੂੰ ਕੀ ਜਾਣੇਗਾ। ਹੁਣ ਜਿਵੇਂ ਅਸੀਂ ਰੱਬ ਦੇ ਤਰਫ ਲੱਗਣਾ ਹੈ, ਜੇ ਸਾਨੂੰ ਸੰਸਾਰ ਦੀ ਝੂਠੀ ਪ੍ਰੀਤ ਦੇ 4-5 ਸਿਲੇ ਮਿਲਣਗੇ ਹੀ ਨਾ, ਤਾਂ ਅਸੀਂ ਰੱਬ ਦੀ ਤਰਫ ਕਿਵੇਂ ਲੱਗ ਜਾਵਾਂਗੇ। ਜਦੋਂ ਬੰਦਾ ਇਹ ਜਾਣੇਗਾ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ, ਉਹ ਜਦੋਂ ਉਹ ਜਾਣ ਲਏਗਾ ਕਿ ਅੰਤ ਕਾਲ ਕੋ ਨਹਿ ਸੰਗੀ ਇਹ ਅਚਰਜ ਹੈ ਰੀਤ, ਜਦੋਂ ਇਸ ਤਰ੍ਹਾਂ ਦੇ ਸਿਲੇ ਉਹਨੂੰ ਜੀਵਨ 'ਚ ਮਿਲਣਗੇ, ਉਹ ਤਾਂ ਮਾਲਕ ਦੀ ਤਰਫ ਪਰਤੇਗਾ। ਇਸ ਕਰਕੇ ਦੁਨਿਆਵੀ ਗਿਆਨ ਦੇ ਵਿੱਚੋਂ ਲੰਘ ਕੇ ਹੀ ਕਿਸੇ ਪਰਮ ਗਿਆਨ ਦੀ ਤਰਫ ਪਹੁੰਚਿਆ ਜਾਂਦਾ ਹੈ।
ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਾਮ ਰਤਨ ਮੁਖ ਕੋਥਰੀ। ਇਹ ਪਹਿਲਾ ਭਾਵ ਹੋ ਗਿਆ ਕਿ ਜਿਨ੍ਹਾਂ ਕੋਲ ਰਾਮ ਰਤਨ ਹੈ ਉਹਨਾਂ ਕੋਲੋਂ ਖਾਸ ਕਿਸਮ ਦਾ ਅਨੁਭਵ ਹੁੰਦਾ ਹੈ ਜਿਹੜਾ ਆਮ ਕਥਨੀ ਦੇ ਵਿੱਚ ਨਹੀਂ ਮਿਲਦਾ। ਔਰ ਦੂਜਾ ਪੱਖ ਹੁਣ ਇੱਦਾਂ ਸਾਂਝਾ ਕਰਦੇ ਹਾਂ ਰਾਮ ਰਤਨ ਦਾ। ਰਾਮ ਰਤਨ ਦਾ ਦੂਜਾ ਭਾਵ ਇਹ ਹੈ ਕਿ ਜਦੋਂ ਮਨੁੱਖ ਸਿਮਰਨ ਅਭਿਆਸ ਵਿੱਚ ਚਲਿਆ ਜਾਂਦਾ ਹੈ ਅਤੇ ਸਿਮਰਨ ਦੇ ਵਿੱਚ ਉਹਦੀ ਡੈਥ ਦਾ ਐਕਸਪੀਰੀਅੰਸ ਵਾਪਰ ਜਾਂਦਾ, ਮਤਲਬ ਜਿੱਦਣ ਉਹਦੀ ਹਸਤੀ ਦਾ ਪਰਿਵਰਤਨ ਹੁੰਦਾ ਹੈ ਉਹਨੂੰ ਆਪਣੀ ਸਾਰੀ ਹਉਮੈ ਵਿਸਰ ਜਾਂਦੀ ਹੈ, ਜੀਵਨ ਦੀ ਸਾਰੀ ਭਾਵ ਵਿਸਰ ਕੇ ਉਹ ਇੱਕ ਨਵੇਂ ਅੰਮ੍ਰਿਤਮਈ ਜੀਵਨ ਦੇ ਵਿੱਚ ਪਰਿਵਰਤਿਤ ਹੋ ਜਾਂਦਾ ਹੈ। ਉਸ ਦਿਨ ਤੋਂ ਬਾਅਦ ਉਹ ਆਮ ਨਹੀਂ ਰਹਿੰਦਾ। ਉਹਦੇ ਹੁਣ ਲੱਛਣ ਕੀ ਹਨ? ਕਿਉਂਕਿ ਲੱਛਣਾਂ ਤੋਂ ਬੁੱਝਿਆ ਜਾ ਸਕੇਗਾ ਕਿ ਰਾਮ ਰਤਨ ਕਿਹਨੂੰ ਮਿਲ ਗਿਆ। ਉਹਦੇ ਲੱਛਣ ਇਹ ਹਨ, ਉਹਦੀ ਬੁੱਧੀ ਦੇ ਅੰਦਰ ਇੰਨੀ ਜ਼ਿਆਦਾ ਤੀਖਣਤਾ ਆ ਜਾਂਦੀ ਹੈ ਕਿ ਦੁਨੀਆ ਦਾ ਕੋਈ ਵੀ ਹੁਨਰ ਪ੍ਰਾਪਤ ਕਰਨਾ, ਉਹਨੂੰ ਅਪਣਾਉਣਾ ਜਾਂ ਉਹਦਾ ਅਭਿਆਸ ਕਰਨਾ ਉਹਦੇ ਲਈ ਇੰਨਾ ਸਹਿਜ ਹੋ ਜਾਂਦਾ ਹੈ ਜਿਵੇਂ ਬੱਚੇ ਦੇ ਲਈ ਰੇਤ ਦਾ ਮਹਿਲ ਬਣਾਉਣਾ। ਇਸ ਕਰਕੇ ਦੁਨੀਆ ਉਦਾਹਰਨ ਦੇ ਤੌਰ 'ਤੇ ਤਾਂ ਕਰਕੇ ਉਹਦਾ ਪਹਿਲਾ ਲੱਛਣ ਹੈ ਕਿ ਉਹਦੀ ਬੁੱਧੀ ਦੀ ਤੀਖਣਤਾ ਇੰਨੀ ਵੱਧ ਜਾਂਦੀ ਹੈ। ਫਿਰ ਤੀਜਾ ਹੈ ਕਿ ਉਹਨੂੰ ਆਪਣਾ ਜੀਵਨ ਜਿਹੜਾ ਉਸ ਮਨੁੱਖ ਦਾ ਜਿਹਦੇ ਅੰਦਰ ਰਾਮ ਰਤਨ ਪ੍ਰਗਟ ਹੋਇਆ, ਉਹਨੂੰ ਆਪਣਾ ਜੀਵਨ ਜਿਹੜਾ ਹੈ ਨਿਰਭਾਰ ਲੱਗਣਾ ਸ਼ੁਰੂ ਹੋ ਜਾਂਦਾ ਹੈ। ਉਹਨੂੰ ਆਪਣੀ ਦੇਹ ਦਾ ਭਾਰ ਲੱਗਦਾ ਹੀ ਨਹੀਂ। ਫਿਰ ਉਹ ਆਪਣੇ ਇਸ ਕਰਕੇ ਦੇਹ ਦਾ ਭਾਰ ਨਹੀਂ ਲੱਗਦਾ, ਦੇਹ ਦਾ ਆਕਾਰ ਵੀ ਉਹਨੂੰ ਨਹੀਂ ਲੱਗਦਾ, ਦੇਹ ਦਾ ਆਕਾਰ ਵੀ ਉਹਨੂੰ ਨਹੀਂ ਲੱਗਦਾ। ਇਸ ਕਰਕੇ ਉਹ ਨਿਰਭੈ ਹੋਣਾ ਸ਼ੁਰੂ ਹੋ ਜਾਂਦਾ ਹੈ, ਨਿਰਵੈਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਉਹਦਾ ਅਗਲਾ ਭੇਦ ਜਿਹੜਾ ਸਭ ਤੋਂ ਸਿਖਰਲਾ ਭੇਦ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਉਹਦੇ ਵਿੱਚ ਹੁੰਦਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਜਿਹੜੇ ਰਾਮ ਰਤਨ ਵਾਲੇ ਬੰਦੇ ਜਿਨ੍ਹਾਂ ਨੂੰ ਇਹ ਭੇਦ ਪ੍ਰਾਪਤ ਹੋ ਗਿਆ, ਸਮੁੱਚੇ ਬ੍ਰਹਿਮੰਡ ਦੇ ਵਿੱਚ ਕਿਹੜੀ ਜਗ੍ਹਾ ਕਿਸ ਘਟਨਾ ਕਿਸ ਰੂਪ ਦੇ ਵਿੱਚ ਵਿਚਰ ਰਹੀ ਹੈ, ਉਸ ਸਾਰੀ ਗੱਲ ਦਾ ਉਹਨਾਂ ਨੂੰ ਇਲਮ ਆਪਣੇ ਅੰਦਰ ਹੁੰਦਾ ਹੈ। ਪਤਾ ਹੁੰਦਾ ਕਿ ਇਸ ਜਿੱਥੇ ਉਹ ਰਹਿ ਰਹੇ ਨੇ ਜਾਂ ਉਹਦੇ ਨੇੜੇ ਤੇੜੇ ਕਿੰਨੇ ਦਾਇਰੇ ਤੱਕ ਕੋਈ ਘਟਨਾ ਜਿਹੜੀ ਚੱਲ ਰਹੀ ਹੈ ਪਾਪ ਧਰਮ ਔਗਣ ਅਪਰਾਧ ਦੀ, ਉਹ ਕਿਵੇਂ ਚੱਲ ਰਹੀ, ਇਸ ਸਾਰੀ ਗੱਲ ਦਾ ਉਹਨਾਂ ਨੂੰ ਬੋਧ ਹੁੰਦਾ ਹੈ। ਉਹ ਬ੍ਰਹਿਮੰਡ ਦੀ ਇੱਕ ਹਰਕਤ ਨੂੰ ਆਪਣੇ ਅੰਦਰ ਜਾਣ ਰਹੇ ਹੁੰਦੇ ਹਨ। ਇਸ ਹਰਕਤ ਨੂੰ ਜਾਣਨ ਕਰਕੇ ਤਾਂ ਕਰਕੇ ਹੁਣ ਦੇਖੋ ਅਸੀਂ ਨਾ ਕੁਝ ਗੱਲਾਂ ਉਹਨਾਂ ਦੇ ਰੂਪ ਗਲਤ ਬਣਾਉਣੇ ਸ਼ੁਰੂ ਕਰ ਦਿੱਤੇ ਨੇ। ਦੁੱਖ ਹੁੰਦਾ ਇਹਨਾਂ ਗੱਲਾਂ ਨੂੰ ਸੁਣ ਕੇ। ਗੁਰੂ ਨਾਨਕ ਸਾਹਿਬ ਜੀ ਨੇ ਬਾਣੀ 'ਚ ਕਿਹਾ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ। ਅਸੀਂ ਇਸ ਗੱਲ ਨੂੰ ਜਦੋਂ ਕਥਾ 'ਚ ਪਰਿਭਾਸ਼ਿਤ ਕਰਦੇ ਪਤਾ ਕੀ ਕਹਿੰਦੇ ਆਮ ਕਰਕੇ, ਦੇਖੋ ਜੀ ਗੁਰੂ ਨਾਨਕ ਸਾਹਿਬ ਸਾਇੰਸ ਤੋਂ 500 ਸਾਲ ਪਹਿਲਾਂ ਇਹ ਗੱਲ ਕਹਿ ਗਏ ਕਿ ਇੰਨੇ ਬ੍ਰਹਿਮੰਡ ਸਨ। ਇਹ ਕੋਈ ਗੱਲ ਕਹਿਣ ਵਾਲੀ ਹੈ? ਅਸੀਂ ਕੋਈ ਗੁਰੂ ਨਾਨਕ ਸਾਹਿਬ ਨੂੰ ਕਿਸੇ ਕੰਪੈਰੇਟਿਵ ਸਟੱਡੀ 'ਚ ਪਾਉਣਾ ਹੈ? ਅਸੀਂ ਤਾਂ ਉਹਦੇ ਵਿੱਚ ਇਹ ਅਨੁਭਵ ਦੱਸਣਾ ਹੈ ਕਿ ਧਰਮ ਦੇ ਅਨੁਭਵ ਦੇ ਵਿੱਚ ਇਹ ਚੀਜ਼ਾਂ ਵਾਪਰਦੀਆਂ ਨੇ। ਸਾਇੰਸ ਜਿਹਨੂੰ ਐਕਸਟਰਨਲ ਦੇ ਵਿੱਚ ਭਾਲਦਾ ਹੈ, ਧਰਮ ਉਹਨੂੰ ਇੰਟਰਨਲ ਦੇ ਵਿੱਚ ਲੱਭ ਲੈਂਦਾ ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਨੇ ਕੋਈ ਮਾਈਕਰੋਸਕੋਪ ਲਾ ਕੇ ਜਾਂ ਕੋਈ ਨਾਸਾ ਦੀ ਲੈਬੋਰਟਰੀ ਦੇ ਵਿੱਚ ਬਹਿ ਕੇ ਥੋੜ੍ਹਾ ਇਹ ਗੱਲ ਆਖੀ ਹੈ ਕਿ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ। ਜਾਂ ਜੀਵਨ ਦੇ ਜਿਹੜੇ ਹੋਰ ਭੇਦ ਕਹੇ ਨੇ ਗੁਰਬਾਣੀ 'ਚ ਇਸ ਤਰ੍ਹਾਂ ਦੇ ਬੜੇ ਆਉਂਦੇ ਨੇ, ਅਤੇ ਗੁਰੂ ਨਾਨਕ ਸਾਹਿਬ ਨੇ ਇੰਝ ਤੱਕ ਕਹੇ ਨਹੀਂ। ਜਦੋਂ ਗੁਰੂ ਨਾਨਕ ਸਾਹਿਬ ਆਪਣੇ ਪਰਮ ਸਰੂਪ ਦੇ ਨਾਲ ਇਕਸੁਰ ਹੋਏ, ਰਾਮ ਰਤਨ ਉਹਨਾਂ ਅੰਦਰ ਪ੍ਰਗਟ ਹੋਇਆ, ਉਹਨਾਂ ਨੂੰ ਪੂਰੇ ਬ੍ਰਹਿਮੰਡ ਦੀ ਸੋਝੀ ਮਾਲਕ ਨੇ ਉਹਨਾਂ ਦੇ ਹਿਰਦੇ ਅੰਦਰ ਕਰਾ ਦਿੱਤੀ ਅਤੇ ਉਹਨਾਂ ਨੂੰ ਬ੍ਰਹਿਮੰਡ ਦਾ ਆਸ਼ਚਰਜ ਖੇਲ ਬੁੱਝਣਾ ਆ ਗਿਆ। ਹੁਣ ਜੇ ਇਹ ਜ਼ਿਕਰ ਆਇਆ ਕਿ ਸੈਲ ਪੱਥਰ ਮੈਂ ਜੰਤੂ ਪਾਏ ਤਾ ਕਾਰਜ ਕਾਗੈ ਕਰ ਧਰਿਆ, ਕਿ ਗੁਰੂ ਨਾਨਕ ਸਾਹਿਬ ਪੱਥਰ ਤੋੜ ਕੇ ਦੇਖਦੇ ਰਹੇ? ਮਾਲਕ ਨੇ ਆਪਣੇ ਵਿਸਮਾਦੀ ਇਸ ਜਗਤ ਦੇ ਵਿੱਚ ਜਿਹਦੇ ਵਿੱਚ ਅਚਰਜ ਤਮਾਸ਼ੇ ਹੋ ਰਹੇ ਨੇ, ਉਹਨਾਂ ਤਮਾਸ਼ਿਆਂ ਦੀ ਫਿਲਮ ਮਾਲਕ ਜਿਹਦੇ ਅੰਦਰ ਰਾਮ ਰਤਨ ਪ੍ਰਗਟ ਕਰ ਦਿੰਦਾ, ਉਹਨੂੰ ਰੋਜ਼ਾਨਾ ਸੁਣਾਉਂਦਾ। ਇਸ ਕਰਕੇ ਜਦੋਂ ਬਾਣੀ 'ਚ ਵਾਕ ਹੈ ਨਾ ਸਾਹਿਬ ਮੇਰਾ ਨੀਤ ਨਵਾਂ, ਇਹਦਾ ਮਤਲਬ ਹੈ ਕਿ ਜਿਵੇਂ ਬੰਦੇ ਰੋਜ਼ਾਨਾ ਨਵੀਆਂ ਨਵੀਆਂ ਫਿਲਮਾਂ ਦੇਖ ਕੇ ਨਿਹਾਲ ਹੁੰਦੇ ਰਹਿੰਦੇ ਨੇ, ਮਨੋਰੰਜਨ ਕਰਦੇ ਰਹਿੰਦੇ ਨੇ, ਮਾਲਕ ਆਪਣੇ ਬ੍ਰਹਿਮੰਡ ਵਿੱਚ ਆਪਣੇ ਸਾਜੇ ਹੋਏ ਰੂਪ ਉਸ ਨਵਾਜ਼ਿਸ਼ ਵਾਲੇ ਮਨੁੱਖ ਨੂੰ ਰੋਜ਼ਾਨਾ ਸ੍ਰਿਸ਼ਟੀ ਦੇ ਅਚਰਜ ਕੌਤਕ ਦਿਖਾਉਂਦਾ ਹੈ। ਅਤੇ ਉਹ ਜਿਹੜਾ ਜਗਿਆਸੂ ਹੈ ਉਹ ਹਮੇਸ਼ਾ ਵਾਹ ਵਾਹ ਕਰਦਾ ਰਹਿੰਦਾ ਹੈ, ਅਤੇ ਇਹਦੇ ਵਿੱਚੋਂ ਹੀ ਉਹਦਾ ਵਾਹਿਗੁਰੂ ਬਣਿਆ ਹੋਇਆ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਾਮ ਰਤਨ ਮੁਖ ਕੋਥਰੀ, ਉਹਦੇ ਕੋਲ ਲੱਖਾਂ ਗੱਲਾਂ ਦੇ ਭੇਦ ਹੁੰਦੇ ਹਨ। ਹੁਣ ਇਸ ਗੱਲ ਦਾ ਜ਼ਿਕਰ ਆਪਦੀ ਸਨਮੁਖ ਇੱਕ ਹੋਰ ਪੱਖ ਤੋਂ ਰੱਖਦੇ ਹਾਂ। ਸ਼ਾਮ ਦੀ ਕਥਾ ਦੇ ਵਿੱਚ ਬਿਰਤਾਂਤ ਚੱਲਿਆ ਤਾਂ ਸਤਿਗੁਰੂ ਸਾਹਿਬ ਜੀ ਪਾਸ ਜਦੋਂ ਭਾਈ ਆਦਮ ਜੀ ਦੀ ਸੇਵਾ ਨਹੀਂ ਪ੍ਰਵਾਨ ਹੋ ਜਾਂਦੀ ਹੈ, ਉਹ ਸੰਤਾਨ ਪ੍ਰਾਪਤੀ ਦੀ ਇੱਛਾ ਜ਼ਾਹਰ ਕਰਦੇ ਨੇ, ਅਤੇ ਗੁਰੂ ਸਾਹਿਬ ਜੀ 2 ਦਫਾ ਨੇਤਰ ਬੰਦ ਕਰਕੇ ਉਹਨਾਂ ਦੇ ਸਾਰੇ ਜੀਵਨ ਨੂੰ ਨਿਹਾਰਦੇ ਨੇ, ਨਹੀਂ ਕੁਝ ਦਿਸਦਾ।
ਇਹਦਾ ਮਤਲਬ ਜਦੋਂ ਉਹਦਾ ਕੀ ਨਿਹਾਰਿਆ ਗੁਰੂ ਸਾਹਿਬ ਜੀ ਨੇ, ਉਹ ਕੋਈ ਪਖੰਡ ਥੋੜ੍ਹਾ ਕੀਤਾ। ਗੁਰੂ ਸਾਹਿਬ ਜੀ ਨੇ ਦੇਖਿਆ ਕਿ ਜਦੋਂ ਭਾਈ ਆਦਮ ਦਾ ਪਹਿਲੀ ਵਾਰੀ ਇਸ ਸ੍ਰਿਸ਼ਟੀ 'ਤੇ ਜਨਮ ਹੋਇਆ, ਕਿਹੜੇ ਰੂਪ 'ਚ ਆਇਆ? ਮਨੁੱਖ ਰੂਪ 'ਚ ਆਇਆ ਕਿ ਪਸ਼ੂ ਰੂਪ ਵਿੱਚ ਆਇਆ? ਜਿਸ ਵੀ ਰੂਪ ਵਿੱਚ ਆਇਆ, ਉਦੋਂ ਤੋਂ ਲੈ ਕੇ ਕਿੰਨੇ ਜਨਮਾਂ ਦੀ ਭ੍ਰਮਣਾ ਕਰਦਿਆਂ ਕਰਦਿਆਂ ਮਨੁੱਖਾ ਜਨਮ ਤੱਕ ਆਇਆ ਹੈ। ਇਹਦੇ ਜਿੰਨੇ ਜਨਮ ਹੋਣ ਤੱਕ ਇਸ ਸ੍ਰਿਸ਼ਟੀ 'ਤੇ ਬੀਤੇ ਹਨ, ਕਿਸ ਜਨਮ ਦੇ ਵਿੱਚ ਇਹਦੀ ਕਮਾਈ ਹੈ ਜਿਹਦੇ ਕਰਕੇ ਸੰਤਾਨ ਦੇ ਯੋਗ ਹੋ ਸਕੇ? ਉਹ ਨਹੀਂ ਨਜ਼ਰ ਆਈ। ਗੁਰੂ ਸਾਹਿਬ ਜੀ ਨੇ ਕਿਹਾ ਨਹੀਂ, ਬਾਅਦ 'ਚ ਕਿਹਾ ਆਪਣੀ ਕਿਰਪਾ ਕਰਕੇ ਤੈਨੂੰ ਨਵਾਜ਼ਿਸ਼ ਕਰਾਂਗੇ। ਇਸ ਕਰਕੇ ਜਿਹੜੇ ਰੱਬੀ ਭੇਦਾਂ ਵਿੱਚ ਜਾਣਨ ਵਾਲੇ ਹਨ, ਉਹਨਾਂ ਨੂੰ ਸ੍ਰਿਸ਼ਟੀ ਦੀਆਂ ਬੜੀਆਂ ਹਰਕਤਾਂ ਦਾ ਮਤਲਬ ਸਮੁੱਚੀਆਂ ਜਿਹੜੀਆਂ ਕਿਰਿਆਵਾਂ ਚੱਲ ਰਹੀਆਂ ਨੇ, ਉਹਨਾਂ ਦਾ ਗਿਆਨ ਆਪਣੇ ਆਪ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਇਹਦਾ ਇੱਕ ਅਨੁਭਵ ਇਹ ਹੈ ਕਿ ਜਿਹੜੇ ਬੰਦੇ ਸਿਮਰਨ ਦੇ ਵਿੱਚ ਗਹਿਰੇ ਚਲੇ ਜਾਂਦੇ ਹਨ, ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੇ ਸੰਬੰਧੀਆਂ ਬਾਰੇ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਅਤੇ ਕੁਦਰਤ ਉਹਨਾਂ ਨੂੰ ਇਹ ਇਸ਼ਾਰੇ ਦਿੰਦੀ ਹੈ। ਅਕਾਲ ਪੁਰਖ ਉਹਨਾਂ ਨੂੰ ਜੀਵਨ ਦੀ, ਜਿਵੇਂ ਉਦਾਹਰਨ ਦੇ ਤੌਰ 'ਤੇ ਭਾਈ ਭਿਖਾਰੀ ਜੀ ਸਨ, ਉਹਨਾਂ ਨੂੰ ਪਤਾ ਸੀ ਮੇਰੇ ਪੁੱਤ ਦੀ ਪਰਸੋਂ ਮ੍ਰਿਤੂ ਹੋ ਜਾਣੀ, ਅੱਜ ਵਿਆਹ ਹੈ ਪਰਸੋਂ ਮ੍ਰਿਤੂ ਹੋ ਜਾਣੀ। ਇਸ ਭੇਦ ਦਾ ਉਹਨਾਂ ਨੂੰ ਕਿਤੇ ਮੈਡੀਕਲ ਸਾਇੰਸ ਟੈਸਟ ਕਰਵਾਇਆ ਕਿ ਮੇਰੇ ਪੁੱਤਰ ਬਾਰੇ ਦੱਸੋ। ਕਿਸੇ ਬੰਦੇ ਨੇ, ਮੈਂ ਆਪ ਦੇ ਸਰਮੁਖ ਜ਼ਿਕਰ ਰੱਖਦਾ, ਭਾਰਤ ਦਾ ਕੋਈ ਬੜਾ ਵੱਡਾ ਧਨਾੜ ਬੰਦਾ ਹੈ, ਉਹਨੇ ਕਿਸੇ ਮੈਡੀਕਲ ਡਾਕਟਰਾਂ ਦੀ ਟੀਮ ਖੜੀ ਕਰਕੇ ਕਿਹਾ ਕਿ ਮੇਰੀ ਮੌਤ ਦਾ ਫਿਕਸ ਦਿਨ ਦੱਸੋ। ਉਹਨੇ ਬਾਡੀ ਦੇ ਸਾਰੇ ਕੈਮੀਕਲ ਟੈਸਟ ਕਰਵਾਏ। ਡਾਕਟਰਾਂ ਨੇ ਉਹਦੀ ਉਮਰ 72 ਸਾਲ ਤਸੱਵਰ ਕੀਤੀ ਕਿ 72 ਸਾਲ ਦੇ ਕੁਝ ਕੁ ਮਹੀਨੇ ਤੇਰੀ ਉਮਰ, ਉਸ ਤੋਂ ਬਾਅਦ ਤੂੰ ਮਰ ਜਾਏਗਾ। ਉਹ ਇਸ ਭੁਲੇਖੇ ਦੇ ਵਿੱਚ ਰਿਹਾ। ਉਹਨੇ ਆਪਣੇ ਮਨਸੂਬੇ ਕਹਿੰਦੇ ਵਾਹਵਾ ਹੀ ਘੜ ਲਏ। ਯਕੀਨਨ ਉਹਦੀ ਉਮਰ 63 ਸਾਲ ਦੇ ਵਿੱਚ ਉਹਦੀ ਮੌਤ ਹੋ ਗਈ, 9 ਸਾਲ ਪਹਿਲਾਂ ਮਰ ਗਿਆ। ਹੁਣ ਭਾਈ ਭਿਖਾਰੀ ਜੀ ਨੇ ਮੈਡੀਕਲ ਲੈਬੋਰਟਰੀ ਸਾਇੰਸ ਦੇ ਵਿੱਚ ਬੱਚਾ ਖੜਿਆ ਆਪਣਾ, ਕਿਹਾ ਮੇਰੇ ਬੱਚੇ ਦਾ ਵਿਆਹ ਹੈ, ਇਹ ਕਿੱਦਣ ਮਰੇਗਾ ਦੱਸੋ। ਇੰਜ ਤਾਂ ਉਹਨਾਂ ਕੀਤਾ ਨਹੀਂ। ਫਿਰ ਉਹਨਾਂ ਨੂੰ ਮੌਤ ਦਾ ਗਿਆਨ ਕਿੱਥੋਂ ਆਇਆ ਕਿ ਮੇਰਾ ਬੱਚਾ ਪਰਸੋਂ ਮ੍ਰਿਤੂ ਹੋ ਜਾਏਗਾ? ਇਸ ਗੱਲ ਦਾ ਗਿਆਨ ਨੂੰ ਰੱਬੀ ਸਿਮਰਨ ਦੇ ਵਿੱਚ ਜਿਹੜੇ ਉਹਦੇ ਨਾਲ ਜੁੜ ਜਾਂਦੇ ਨੇ, ਉਹਦੇ ਭੇਦਾਂ ਦੁਆਰਾ ਅਸੀਂ ਬਾਣੀ ਜਾਂਦੇ ਨੇ, ਹੁਕਮ ਨਹੀਂ ਬੁੱਝਿਆ ਜਾਂਦਾ, ਪਰ ਜਿਹੜੇ ਹੁਕਮ ਦੇ ਵਿੱਚ ਆਪਣੀ ਹਉਮੈ ਖੋਹ ਦਿੰਦੇ ਹਨ, ਉਹਨਾਂ ਨੂੰ ਮਾਲਕ ਹੁਕਮ ਬੁਝਾ ਵੀ ਦਿੰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਾਮ ਰਤਨ ਮੁਖ ਕੋਥਰੀ, ਕਿ ਕਿਸੇ ਦੇ ਜੀਵਨ ਦੀ ਕੀ ਗੱਤ ਹੋਣੀ। ਇਸ ਕਰਕੇ ਉਹਨੂੰ ਅਥਾਹ ਰੱਬੀ ਭੇਦਾਂ ਦਾ ਪਤਾ ਲੱਗ ਜਾਂਦਾ। ਹੁਣ ਭਗਤ ਕਬੀਰ ਸਾਹਿਬ ਜੀ ਨੇ ਪਾਰਖ ਕਿਉਂ ਕਿਹਾ, ਇਹਦਾ ਵੀ ਇੱਕ ਜ਼ਿਕਰ ਰੱਖਦੇ ਆਪ ਦੇ ਸਨਮੁਖ। ਸੂਫੀਜ਼ਮ ਦੇ ਵਿੱਚ ਇੱਕ ਬੜਾ ਵੱਡਾ ਫਕੀਰ ਹੋਇਆ ਮਨਸੂਰ। ਇਬਾਦਤ ਕਰਦਿਆਂ ਕਰਦਿਆਂ ਜਦੋਂ ਉਹਦੇ ਅੰਦਰ ਪਰਮ ਪ੍ਰਕਾਸ਼ ਹੋਇਆ, ਅਤੇ ਉਹ ਇਸ ਗੱਲ ਨੂੰ ਸਹਿਜ ਦੇ ਵਿੱਚ ਸਮਾ ਨਾ ਸਕਿਆ। ਸ਼ਰੇਆਮ ਕਹਿਣ ਲੱਗ ਪਿਆ ਅਨਲ ਹੱਕ ਅਨਲ ਹੱਕ। ਉਹਦਾ ਮਤਲਬ ਹੈ ਮੈਂ ਹੀ ਖੁਦਾ ਹਾਂ, ਮੈਂ ਹੀ ਰੱਬ ਹਾਂ, ਮੈਂ ਹੀ ਸੱਚ ਹਾਂ। ਉਹਦਾ ਫਾਰਸੀ ਆ ਔਰ ਉਹਦਾ ਅਰਥ ਇਹ ਬਣਦਾ ਪੰਜਾਬੀ 'ਚ। ਅਨਲ ਹੱਕ ਦੇ ਨਾਅਰੇ ਲਾਉਣ ਲੱਗ ਪਿਆ ਗਲੀ ਸ਼ਰੇਆਮ ਬਾਜ਼ਾਰ ਦੇ ਵਿੱਚ। ਹੁਣ ਜਿਹੜੇ ਸ਼ਰੀਅਤ ਦੇ ਲੋਕ ਸਨ, ਉਹ ਖੁਦਾ ਨੂੰ ਮੰਨਦੇ ਹਨ ਕਿ ਉਹ ਆਕਾਸ਼ ਵਿੱਚ ਰਹਿੰਦਾ ਹੈ, ਪਰ ਕੋਈ ਮਨੁੱਖ ਆਪਣੇ ਆਪ ਨੂੰ ਦੇਖੇ ਸ਼ਰੀਅਤ ਲੋਕਾਂ ਨੂੰ ਪ੍ਰਵਾਨ ਨਹੀਂ ਸੀ। ਅਤੇ ਫਿਰ ਉਹਨਾਂ ਨੇ ਕੀ ਦੇਖਿਆ ਕਿ ਫਿਰ ਉਹਦੇ 'ਤੇ ਸ਼ਰ੍ਹਾ ਦਾ ਨੁਕਤਾ ਲਗਾ ਕੇ ਕਿ ਤੂੰ ਅੱਲਾ ਦੀ ਤੌਹੀਨ ਕਰਦਾ, ਖੁਦਾ ਦੀ ਤੌਹੀਨ ਕਰਦਾ, ਆਪਣੇ ਆਪ ਨੂੰ ਰੱਬ ਕਹਿ ਕੇ ਉਹਨੂੰ ਫਿਰ ਸੂਲੀ 'ਤੇ ਚਾੜਨ ਦਾ ਹੁਕਮ ਹੋਇਆ। ਅਤੇ ਉਸ ਤੋਂ ਪਹਿਲਾਂ ਉਹਨੂੰ ਇੱਕ ਸ਼ਰੇ ਬਾਜ਼ਾਰ ਖਿਲਾਰ ਕੇ, ਅਤੇ ਜਿੰਨੇ ਨਗਰ ਦੇ ਲੋਕ ਸਨ, ਸ਼ਰ੍ਹਾ ਨੇ ਲਾ ਦਿੱਤਾ ਹੁਕਮ ਕਿ ਹਰੇਕ ਮਨੁੱਖ ਦੇ ਲੰਘਦੇ ਹੋਏ ਨੇ ਇਹਨੂੰ ਰੋੜਾ ਮਾਰ ਕੇ ਜਾਣਾ। ਗੱਲ ਕੀ ਹੈ? ਪਾਰਖ ਆਗਿਆ ਖੋਲ। ਹੁਣ ਉਦਾਹਰਨ ਦੇ ਤੌਰ 'ਤੇ ਕਈ ਸਾਡੇ ਨਿਕਟਵਰਤੀਆਂ ਨੂੰ ਸਿਮਰਨਮਈ ਜੀਵਨ ਦੇ ਵਿੱਚੋਂ ਕੁਝ ਅੱਗੇ ਚਲੇ ਗਏ, ਉਸ ਤੋਂ ਬਾਅਦ ਉਹਨਾਂ ਦੀ ਸਾਇਲੈਂਸ ਵਾਪਰ ਗਈ। ਉਹਨਾਂ ਨੂੰ ਦੁਨੀਆ ਦੀ ਕਿਸੇ ਆਮ ਕਿਸਮ ਦੀ ਸੂਝ ਨਾ ਰਹੀ। ਪਰਿਵਾਰ ਨੇ ਉਹਨਾਂ ਦੀ ਇਸ ਗੱਲ ਦਾ ਸੋਗ ਮਨਾਉਣਾ ਸ਼ੁਰੂ ਕਰ ਦਿੱਤਾ। ਬੜੀ ਦਫਾ ਜਾ ਕੇ ਅਖੰਡ ਪਾਠ ਕਰਾਏ ਕਿ ਇਹਦੀ ਆਮ ਬੁੱਧ ਪਰਤ ਜਾਵੇ। ਇਸ ਕਰਕੇ ਇਹ ਜਿਹੜਾ ਸਿਮਰਨਮਈ ਜੀਵਨ ਹੈ, ਅਸੀਂ ਕਿਉਂਕਿ ਇਹਦੀ ਕਮਾਈ ਨਹੀਂ ਕੀਤੀ, ਇਸ ਕਰਕੇ ਸਾਨੂੰ ਇਹ ਗੱਲਾਂ ਆਸ਼ਚਰਜ ਦੀਆਂ ਲੱਗਦੀਆਂ ਜਾਂ ਅਸੰਭਵ ਲੱਗਦੀਆਂ ਨੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਾਮ ਰਤਨ ਮੁਖ ਕੋਥਰੀ। ਰਾਮ ਰਤਨ ਜਦੋਂ ਹਿਰਦੇ ਅੰਦਰ ਪ੍ਰਗਟ ਹੁੰਦਾ ਹੈ ਤਾਂ, ਔਰ ਦੂਜੀ ਗੱਲ ਰਾਮ ਰਤਨ ਦੇ ਵਿੱਚ ਇੱਕ ਹੋਰ ਭਾਵ ਅਰਜ ਕਰਦੇ ਆ। ਉਹਦਾ ਭਾਵ ਇਹ ਕਿ ਜਦੋਂ ਕਿਸੇ ਅੰਦਰ ਰਾਮ ਰਤਨ ਦਾ ਭਾਵ ਪ੍ਰਗਟ ਹੁੰਦਾ ਹੈ, ਉਹ ਬੜੀ ਅਸਗਾਹ ਸ਼ਕਤੀ ਵਾਲਾ ਹੋ ਜਾਂਦਾ ਹੈ। ਉਹ ਹੁੰਦਾ ਆਮ ਮਨੁੱਖਾਂ ਵਰਗਾ ਹੈ, ਪਰ ਉਹਦੇ ਅੰਦਰ ਇੰਨੀ ਸ਼ਕਤੀ ਆ ਜਾਂਦੀ ਹੈ, ਇੰਨੀ ਸਮਰੱਥਾ ਆ ਜਾਂਦੀ ਹੈ, ਕੁਝ ਵੀ ਕਰ ਸਕਦਾ। ਹੁਣ ਦੋ ਗੱਲਾਂ ਨੇ ਇਹਦੇ ਵਿੱਚ। ਬਾਬਾ ਦੀਪ ਸਿੰਘ ਜੀ ਦੀ ਸਰੀਰਕ ਅਵਸਥਾ ਜਾਂ ਗੁਰੂ ਅਮਰਦਾਸ ਸਾਹਿਬ ਦੀ ਸਰੀਰਕ ਅਵਸਥਾ ਜਿਹੜੀ ਹੈ, ਉਹ ਬ੍ਰਿਧ ਹੈ। ਅਤੇ ਜਿਹੜੀ ਮੈਡੀਕਲ ਸਾਇੰਸ ਵੀ ਕਹੇਗੀ ਕਿ ਬ੍ਰਿਧ ਦੇ ਅੰਦਰ ਐਨਰਜੀ ਨਹੀਂ ਹੁੰਦੀ, ਜੇ ਐਨਰਜੀ ਬਣਾਉਂਦਾ ਤਾਂ ਉਹ ਪੂਰੀ ਸਸਟੇਨ ਨਹੀਂ ਹੁੰਦੀ, ਇਸ ਕਰਕੇ ਉਹ ਠੀਕ ਨਹੀਂ ਚੱਲ ਸਕਦਾ। ਪਰ 80 ਸਾਲ ਦਾ ਇੱਕ ਬਜ਼ੁਰਗ 18 ਸੇਰ ਦਾ ਖੰਡਾ ਪਕੜ ਕੇ ਉਹਨੂੰ ਚਲਾਉਣਾ ਜਾਂ ਸੰਭਾਲਣਾ ਜਾਂ ਜੋ ਵੀ ਕਰਨਾ,
ਇਹ ਜਿਹੜੀ ਊਰਜਾ ਹੈ ਇਹ ਬਾਡੀ ਦੇ ਤਲ ਤੋਂ ਨਹੀਂ ਪੈਦਾ ਹੁੰਦੀ, ਇਹ ਆਤਮਿਕ ਤਲ ਤੋਂ, ਰੂਹਾਨੀ ਤਲ ਤੋਂ ਪੈਦਾ ਹੁੰਦੀ ਹੈ। ਅਤੇ ਬੰਦਾ ਆਪਣੇ ਜੀਵਨ ਦੀ ਊਰਜਾ ਦੀ ਖੁਰਾਕ ਆਪਣੇ ਸਿਮਰਨ ਦੇ ਅਭਿਆਸ ਵਿੱਚੋਂ ਲੈ ਰਿਹਾ ਹੁੰਦਾ, ਨਾ ਕਿ ਕਿਸੇ ਸਰੀਰ ਵਿੱਚੋਂ। ਹੁਣ ਉਦਾਹਰਨ ਦੇ ਤੌਰ 'ਤੇ ਮਾਤਾ ਗੁਜਰੀ ਜੀ ਇੰਨੇ ਔਖੇ ਪੈਂਡਿਆਂ ਵਿੱਚੋਂ ਗੁਜਰੇ ਨੇ, ਸਰੀਰ ਬਿਰਧ ਹੈ। ਹੁਣ ਉਦਾਹਰਨ ਦੇ ਤੌਰ 'ਤੇ ਪ੍ਰਕਿਰਤਿਕ ਪ੍ਰਭਾਵ ਤਾਂ ਸਰੀਰ 'ਤੇ ਪੈਣਗੇ ਹੀ ਪੈਣਗੇ। ਠੰਡ ਹੈ ਤਾਂ ਠੰਡ ਲੱਗੇਗੀ। ਇਹ ਥੋੜ੍ਹਾ ਕਿ ਉਹਨਾਂ ਦੇ ਸਰੀਰ ਨੂੰ ਠੰਡ ਨਹੀਂ ਲੱਗਦੀ, ਪਰ ਉਹਨਾਂ ਦੀ ਆਤਮਾ ਦਾ ਜ਼ੋਰ ਇੰਨਾ ਹੈ ਕਿ ਸਰੀਰ ਦੇ ਦੁੱਖ ਉਹਨਾਂ ਸਾਹਮਣੇ ਤੁੱਛ ਸਾਬਤ ਹੋ ਜਾਂਦੇ ਨੇ, ਸਰੀਰ ਦੀਆਂ ਲੋੜਾਂ ਵੀ ਤੁੱਛ ਸਾਬਤ ਹੋ ਜਾਂਦੀਆਂ ਨੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਪਾਰਖ ਆਗੇ ਖੋਲ, ਕੋਈ ਪਾਰਖੂ ਲੱਭ ਜਾਏ। ਮੈਂ ਸਾਡਾ ਜਾਣਕਾਰ ਹੈ ਸੁਨਿਆਰ, ਬੜਾ ਉਹਦੀ ਮੁਹਾਰਤ ਹੈ ਗਹਿਣੇ ਕੱਢਣ ਆਦਿਕ ਦੇ ਵਿੱਚ। ਉਹਨੇ ਕਈ ਦਫਾ ਬੜੇ ਬੰਦੇ ਰੱਖੇ, ਹਰ ਸਾਲ ਉਹਦੀ ਜਾਣਾ 3-4 ਮਹੀਨੇ ਬਾਅਦ ਹੀ ਉਹਦਾ ਕੋਈ ਨਾ ਕੋਈ ਸ਼ਾਗਿਰਦ ਬਦਲਿਆ ਹੋਣਾ। ਇੱਕ ਦਫਾ ਜਾ ਕੇ ਮੈਂ ਪੁੱਛਿਆ, ਜੀ ਤੁਸੀਂ ਕਿਉਂ ਬਦਲਦੇ, ਉਹਦਾ ਕੋਈ ਕਾਰਨ ਤਾਂ ਦੱਸੋ, ਕੋਈ ਬੰਦਾ ਮਤਲਬ ਕੀ ਗੱਲ ਇਮਾਨਦਾਰ ਨਹੀਂ ਹੁੰਦੇ? ਕਹਿੰਦਾ ਇਮਾਨਦਾਰ ਵੀ ਹੁੰਦੇ ਨੇ। ਮੈਂ ਕਿਹਾ ਕੀ ਬੁੱਧੀ ਨਹੀਂ ਹੁੰਦੀ ਉਹਨਾਂ ਕੋਲ? ਕਹਿੰਦਾ ਬੁੱਧੀ ਵੀ ਹੁੰਦੀ ਹੈ। ਮੈਂ ਕਿਹਾ ਫਿਰ ਗੱਲ ਕੀ ਹੈ? ਕਹਿੰਦਾ ਉਹਨਾਂ ਕੋਲ ਦ੍ਰਿਸ਼ਟੀ ਨਹੀਂ ਹੁੰਦੀ। ਕਹਿੰਦਾ ਦ੍ਰਿਸ਼ਟੀ? ਮੈਂ ਕਿਹਾ ਮਤਲਬ? ਕਹਿੰਦਾ ਜਿਸ ਸੁਨਿਆਰ ਨੂੰ ਸੋਨੇ ਦਾ ਇੱਕ ਡਿੱਗਿਆ ਹੋਇਆ ਕਿਣਕਾ ਨਹੀਂ ਕਿ ਥੱਲਿਓਂ ਪਛਾਣਨਾ ਆਉਂਦਾ, ਉਹ ਗਹਿਣੇ ਕੀ ਕਰੇਗਾ? ਕਹਿੰਦਾ ਇਹ ਦ੍ਰਿਸ਼ਟੀ ਜਿੰਨਾ ਚਿਰ ਕਿਸੇ ਬੰਦੇ ਦੀ ਨਹੀਂ ਲੱਭਦੀ, ਉਹਨਾਂ ਚਿਰ ਮੈਂ ਆਪਣਾ ਹੁਨਰ ਉਹਨੂੰ ਅੱਗੇ ਦੇ ਹੀ ਨਹੀਂ ਸਕਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਪਾਰਖ ਆਗੇ ਖੋਲ, ਕੋਈ ਪਾਰਖੂ ਹੋਵੇ। ਹੁਣ ਉਦਾਹਰਨ ਦੇ ਤੌਰ 'ਤੇ ਪਾਰਖੂ ਨੂੰ ਧਾਰਮਿਕ ਭਾਸ਼ਾ ਵਿੱਚ ਕਹਿਣਾ ਹੋਵੇ ਜਗਿਆਸੂ। ਅਰਬ ਲੋਕ ਹੀਰਿਆਂ ਦਾ ਵਪਾਰ ਕਰਦੇ ਨਾ, ਸ਼ਾਇਦ ਆਪ ਜੀ ਨੂੰ ਹੈਰਾਨਗੀ ਹੋਵੇ, ਜਦੋਂ ਹੀਰਿਆਂ ਦਾ ਵਪਾਰ ਕਰਦੇ ਨੇ ਅਤੇ ਹੀਰਿਆਂ ਦੀ ਘੱਟੋ ਘੱਟ 40% ਕੀਮਤ ਉਹਦੇ ਪਰਖਣ 'ਤੇ ਖਰਚ ਕਰਦੇ ਨੇ। ਇਸ ਕਰਕੇ ਉਹਨਾਂ ਬੜੇ ਵਿਸ਼ੇਸ਼ ਜੌਹਰੀ ਰੱਖੇ ਹੁੰਦੇ ਨੇ। ਮਨੁੱਖ ਕਹੇਗਾ ਮਸ਼ੀਨਾਂ ਆ ਗਈਆਂ ਨੇ, ਮਸ਼ੀਨਾਂ ਦੇ ਵਿੱਚ ਉਹਦੀ ਗੁਣਵੱਤਾ ਨਹੀਂ ਪਰਖੀ ਜਾਂਦੀ। ਮਸ਼ੀਨ ਇੰਨਾ ਜਸਟੀਫਾਈ ਕਰ ਦੇਗੀ ਜਾਂ ਆਇਡੈਂਟੀਫਾਈ ਕਰ ਦੇਗੀ ਕਿ ਇੰਨਾ ਸ਼ੁੱਧ ਹੈ, ਪਰ ਉਹਦੀ ਸ਼ੁੱਧਤਾ ਦੀ ਅੱਗੇ ਬਾਜ਼ਾਰ 'ਚ ਕਿੰਨੀ ਕੀਮਤ ਹੋਣੀ ਹੈ, ਇਸ ਗੱਲ ਦਾ ਤਸੱਵੁਰ ਜੌਹਰੀ ਹੀ ਕਰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਪਾਰਖ ਆਗੇ ਖੋਲ, ਜਿਹਨੂੰ ਰੱਬ ਦੇ ਮਾਰਗ ਦੀ ਕੋਈ ਤਲਾਸ਼ ਹੈ ਅਤੇ ਉਹ ਤਲਾਸ਼ ਸਾਡੀ ਮੁੱਕੀ ਪਈ ਹੈ। ਕਦੇ ਕਿਤੇ ਮੈਨੂੰ ਨਹੀਂ ਲੱਗਦਾ ਇੱਥੇ ਆਉਣ ਤੋਂ ਬਾਅਦ ਕਦੇ ਕਿਸੇ ਨੇ ਰੋਕ ਕੇ ਕੋਈ ਆਪਣੀ ਜਗਿਆਸਾ ਜ਼ਾਹਰ ਕੀਤੀ ਹੋਵੇ। ਤੁਰ ਜਾਂਦੇ ਨੇ ਇਸ ਤਰ੍ਹਾਂ ਹੀ। ਇਹਦਾ ਮਤਲਬ ਹੈ ਇਹ ਲੋਕਾਚਾਰੀ ਦੇ ਵਿੱਚ ਹੈ ਸਤਸੰਗ। ਜੇ ਹੁਣ ਉਦਾਹਰਨ ਦੇ ਤੌਰ 'ਤੇ ਅਸੀਂ ਗਿਆਨ ਦੀ ਸਾਧਨਾ ਵਿੱਚ ਰਹਿੰਦੇ ਹਾਂ, ਸਾਡੀ ਸਾਰਾ ਦਿਨ ਸੁਰਤ ਇਸ ਮਸਲੇ 'ਚ ਰਹਿੰਦੀ ਹੈ ਕਿ ਜਿਹੜੇ ਵਿਸ਼ੇ ਬਾਰੇ ਅਸੀਂ ਜਾਣਨਾ ਚਾਹੁੰਦੇ ਹਾਂ ਉਹਦੀਆਂ ਕਿਤਾਬਾਂ ਕਿੱਥੇ ਕਿੱਥੇ ਪਈਆਂ ਹੋਈਆਂ ਨੇ। ਉਦਾਹਰਨ ਦੇ ਤੌਰ 'ਤੇ ਬਾਬਾ ਫਰੀਦ ਸਾਹਿਬ ਜੀ ਬਾਰੇ ਜਾਣਨਾ ਅਸੀਂ ਸਮੁੱਚਾ ਕਿਤਨ ਕਰ ਰਿਹਾ ਸਾਂ। ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿੱਚੋਂ ਇੱਕ ਕਿਤਾਬ ਲੱਭੀ, ਉਹ ਮੰਗਵਾਈ। ਉਹ ਕਿਤਾਬ 1954 ਦੀ ਪਬਲੀਕੇਸ਼ਨ ਹੈ। ਗੱਲ ਕੀ ਹੈ, ਸਾਡੇ ਅੰਦਰ ਤਲਾਸ਼ ਹੀ ਨਹੀਂ ਹੈ ਕਿ ਜਿਹੜਾ ਸਿਮਰਨ ਕੀ ਹੈ, ਸੇਵਾ ਕੀ, ਇਹਦੀ ਗਹਿਰਾਈ ਕੀ ਹੈ। ਜਿੰਨਾ ਚਿਰ ਜਗਿਆਸਾ ਨਹੀਂ ਪੈਦਾ ਹੁੰਦੀ ਉਹਨਾਂ ਚਿਰ ਅਸੀਂ ਕਿਸੇ ਨੂੰ ਪੁੱਛ ਵੀ ਨਹੀਂ ਸਕਦੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਅੱਗੇ ਯਤਨ ਆਮ ਨਾ ਖੋਲ, ਕੋਈ ਆਏ ਮਿਲੈ ਗੋ ਗਾਹਕੀ, ਲੈ ਗੋ ਮਹਿੰਗੇ ਮੇਗ ਮੋਲ। ਗੁਰੂ ਸਾਹਿਬ ਜੀ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕੋਈ ਇੱਕ ਅੱਧ ਗਾਹਕ ਹੋਵੇਗਾ, ਕੋਈ ਇੱਕ ਅੱਧ ਗਾਹਕ ਹੋਵੇਗਾ, ਲੈ ਗੋ ਮਹਿੰਗੇ ਮੋਲ, ਜਿਹੜਾ ਉਹਨੂੰ ਮਹਿੰਗੇ ਮੁੱਲ 'ਤੇ ਵੀ ਲੈਣਾ ਚਾਹੇਗਾ। ਉਹ ਪਹਿਲੀ ਗੱਲ ਮੋਲ ਦੇ ਵਿੱਚ ਪਏਗਾ ਹੀ ਨਹੀਂ ਕਿ ਇਹਦਾ ਮੋਲ ਤੋਲ ਕਰੋ, ਇਹ ਤਾਂ ਅਮੋਲ ਹੁੰਦਾ ਹੈ। ਪਰ ਕਹਿੰਦੇ ਜੇ ਲਏਗਾ ਤਾਂ ਮਹਿੰਗੋ ਮੋਲ, ਬੜੇ ਮਹਿੰਗੇ ਮੋਲ ਹੈਗੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਬਾਣੀ 'ਚ ਕਿਹਾ, ਸੰਤ ਮਿਲੈ ਕਿਸ ਸੁਣੀਐ ਕਹੀਐ, ਮਿਲੈ ਅਸੰਤ ਮਸਤ ਕਰ ਰਹੀ ਹੈ। ਇਸ ਕਰਕੇ ਬਾਣੀ 'ਚ ਵਾਕ ਆਉਂਦੇ ਨੇ। ਔਰ ਦੂਜੀ ਗੱਲ, ਅੱਜ ਦੇ ਸਮੇਂ 'ਚ ਇਹ ਚੀਜ਼ਾਂ ਬੜੀਆਂ ਦੁਰਲੱਭ ਹੋ ਗਈਆਂ ਨੇ। ਸਾਨੂੰ ਲੱਗਦਾ ਹੈ ਕਿ ਅਸੀਂ ਧਰਮ ਦਾ ਅਨੁਭਵ ਜਿਹੜੇ ਆਪਣੇ ਆਪ ਨੂੰ ਸਾਧ ਸੰਤ ਖਵਾਉਂਦੇ ਨੇ ਉਹਨਾਂ ਪਾਸੋਂ ਲੱਭ ਲਵਾਂਗੇ। ਮੈਂ ਵੀ ਲੱਭਦਾ ਰਿਹਾ, ਬੜਾ ਯਤਨ ਕਰਦਾ ਰਿਹਾ ਕਿ ਜਿਹੜੇ ਸਾਧ ਸੰਤ ਪ੍ਰਚਲਿਤ ਕਿਸਮ ਦੇ ਲੋਕ ਕਹਿੰਦੇ ਨੇ ਉਹਨਾਂ ਕੋਲ ਜਾ ਕੇ ਲੱਭੀਏ। ਕੱਖ ਨਹੀਂ ਪ੍ਰਾਪਤ ਹੋਇਆ, ਮਹਾਂ ਅਧੂਰੇ ਸਾਬਤ ਹੋਏ ਕਈ। ਤਾਂ ਫਿਰ ਬਾਣੀ ਨੇ ਸਾਡੀ ਰਹਿਨੁਮਾਈ ਕੀਤੀ, ਜਿਨ ਪਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰੋਂ ਬਾਹਰੋਂ ਕਮਲਿਆਂ ਵਰਗੇ ਲੱਗਣਗੇ ਪਰ ਅੰਦਰੋਂ ਉਹਨਾਂ ਦਾ ਰੇਸ਼ਮ ਵਰਗਾ ਹੋਏਗਾ। ਤੇ ਭਲੇ ਸੰਸਾਰ ਤਿਨ ਨੇਹੋ ਲੱਗਾ, ਰੱਬ ਛੇਤੀ ਦੇਖਣੇ ਵਿਚਾਰ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਵੀ ਆਖਦੇ ਨੇ, ਸਬਰ ਅੰਦਰ ਸਾਬਰੀ ਤਨ ਏਵੈ ਜਾਲੇਨ, ਹੋਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੈ ਦੇਣ। ਉਹ ਤਾਂ ਜਿਹੜਾ ਕੋਈ ਤਲਾਸ਼ ਵਾਲਾ ਹੋਵੇ ਉਹਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਮਨੁੱਖ ਕੀ ਹੈ। ਇਸ ਕਰਕੇ
ਤਾਂ ਕਰਕੇ ਇੱਕ ਉਹਦੇ ਵਿੱਚ ਨਾ ਨਾਲ ਇੱਕ ਪਾਕਿਸਤਾਨ ਦੇ ਵਿੱਚ ਨਾਟਕ ਲਿਖਿਆ ਹੈਗਾ ਮਨ ਚਲੇ ਕਾ ਸੌਦਾ। ਉਹਦੇ ਵਿੱਚ ਇੱਕ ਘਟਨਾ ਹੁੰਦੀ, ਉਹ ਇੱਕ ਬੰਦਾ ਹੋਟਲ ਦੇ ਵਿੱਚ ਉੱਥੇ ਕੰਮ ਕਰਦਾ ਹੁੰਦਾ, ਜੋ ਕੁਝ ਵੀ ਮੰਗਦੇ ਨੇ ਉਹ ਸਾਰਾ ਕੁਝ ਉਹਨਾਂ ਨੂੰ ਦਿੰਦਾ ਹੈ, ਸਿਗਰਟ ਦਿੰਦਾ ਹੈ, ਚਾਹ ਕੌਫੀ ਜੋ ਵੀ ਮੰਗਦੇ ਨੇ ਉੱਥੇ ਲੋਕ ਆਉਂਦੇ ਨੇ। ਇੱਕ ਉੱਥੇ ਲੇਖਕ ਜਾਂਦਾ ਹੈ, ਉਹ ਵੀ ਉਹਨੂੰ ਆਰਡਰ ਕਰਦਾ ਉਹਦੇ ਵਾਂਗ ਆਮ ਗਾਹਕਾਂ ਵਾਂਗ, ਪਰ ਉਹਦਾ ਦੂਜਾ ਦੋਸਤ ਉਹਨੂੰ ਸੁਚੇਤ ਕਰ ਦਿੰਦਾ ਹੈ, ਕਹਿੰਦਾ ਇਹਨਾਂ ਨੂੰ ਆਮ ਨੌਕਰਾਂ ਵਾਂਗ ਨਾ ਬੁਲਾ, ਇਹ ਬੰਦਾ ਆਮ ਨਹੀਂ। ਉਹ ਕਹਿੰਦਾ ਫਿਰ ਖਾਸ ਕੀ ਇਹਦੇ 'ਚ? ਕਹਿੰਦਾ ਪਿਛਲੇ 45 ਸਾਲ ਤੋਂ ਇੱਥੇ ਰੋਜ਼ ਦੇਖਦਾ ਰਹੀ, ਇੱਕ ਸਮੇਂ ਦੀ ਨਮਾਜ਼ ਵੀ ਭੰਗ ਨਹੀਂ ਹੋਈ। ਮੈਂ ਕਹਿੰਦਾ 45 ਸਾਲਾਂ ਤੋਂ ਮੈਂ ਦੇਖ ਰਿਹਾ, ਇੱਕ ਸਮੇਂ ਦੀ ਵੀ ਨਮਾਜ਼ ਭੰਗ ਨਹੀਂ ਹੋਈ। ਅਤੇ ਕਹਿੰਦਾ ਫਿਰ ਉਹਨਾਂ ਨੇ ਉਹਨੂੰ ਆਮ ਨਾ ਜਾਣ ਕੇ ਫਿਰ ਵੱਖਰੇ ਤੌਰ 'ਤੇ ਮੁਲਾਕਾਤ ਕੀਤੀ, ਅਤੇ ਅਹਿਮਦ ਜਾਵੇਦ ਸਾਹਿਬ ਨੇ ਉਹਨਾਂ ਬੜਾ ਵੱਡਾ ਅਨੁਭਵ ਉਹਦੇ ਜੀਵਨ 'ਚੋਂ ਲਿਆ। ਇੱਕ ਬੰਦਾ ਹੋਟਲ 'ਤੇ ਕੰਮ ਕਰਨ ਵਾਲਾ ਏਡੇ ਅਨੁਭਵ ਵਾਲਾ ਹੋ ਸਕਦਾ। ਅਸੀਂ ਅੰਮ੍ਰਿਤਸਰ ਦੇ ਵਿੱਚ ਦੇਖਿਆ, ਬੱਸ ਸਟੈਂਡ ਦੇ ਨਜ਼ਦੀਕ ਆਮ ਬੰਦਾ ਸੀ, ਬਾਣੀ ਦੇ ਅਰਥ ਪ੍ਰਕਾਸ਼ ਉਹਨੂੰ ਇੰਨੇ ਗੂੜ ਸਨ, ਸਾਡੀ ਬੁੱਧੀ ਹੈਰਾਨ ਰਹਿ ਗਈ। ਗੱਲ ਕੀ ਹੈ? ਤਲਾਸ਼ ਨਹੀਂ ਹੈ। ਉਦਾਹਰਨ ਦੇ ਤੌਰ 'ਤੇ ਤਲਾਸ਼ ਨਹੀਂ, ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੋਈ ਆਏ ਮਿਲੇ ਗੋ ਗਾਹਕੀ, ਲੈ ਗੋ ਮਹਿੰਗੇ ਮੋਲ। ਕੋਈ ਆਏਗਾ ਇੱਕ ਅੱਧ, ਜੇ ਮਾਲਕ ਨੇ ਜੇ ਨਵਾਜ਼ਿਸ਼ ਕਰਾਉਣੀ ਹੋਈ ਕਿਸੇ ਨੂੰ, ਉਹ ਆਏਗਾ, ਉਹ ਸਾਰਾ ਕੁਝ ਅਰਪਣ ਕਰਕੇ, ਜਿਵੇਂ ਗੁਰੂ ਭਾਈ ਲਹਿਣਾ ਜੀ ਨੇ ਅਰਪਣ ਕਰ ਦਿੱਤਾ, ਗੁਰੂ ਅਮਰਦਾਸ ਜੀ ਨੇ, ਗੁਰੂ ਰਾਮਦਾਸ ਜੀ ਨੇ, ਭਾਈ ਮੰਝ ਜੀ ਨੇ, ਸਾਰਿਆਂ ਨੇ ਆਪਣਾ ਅਰਪਣ ਕਰ ਦਿੱਤਾ। ਉਹਨਾਂ ਨੂੰ ਪਤਾ ਇੱਥੋਂ ਕੁਝ ਅਮੋਲਕ ਮਿਲੇਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਲੈ ਗੋ ਮਹਿੰਗੇ ਮੋਲ। ਉਹ ਆਪਣਾ ਤਨ ਮਨ ਸਭ ਕੁਝ ਅਰਪਣ ਕਰਕੇ ਵੀ ਉਸ ਅਨੁਭਵ ਨੂੰ ਜਾਣਨਾ ਚਾਹੇਗਾ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਿਰਪਾ ਕਰਨ ਸ਼ਲੋਕ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ। ਅਸੀਂ ਆਪਣੀ ਜਗਿਆਸਾ ਨੂੰ ਓਤ ਪੋਤ ਕਰੀਏ, ਬਾਣੀ ਦੇ ਨਾਲ ਪਿਆਰ ਪਾ ਕੇ, ਪ੍ਰੀਤ ਪਾ ਕੇ, ਬਾਣੀ ਦੇ ਅਰਥ ਭਾਵ ਨੂੰ ਆਪਣੇ ਜੀਵਨ ਦੇ ਮਹਾਭੇਦਾਂ ਨੂੰ ਗਿਆਨ ਦੇ ਦੁਆਰਾ ਸਮਝਣ ਦਾ ਯਤਨ ਕਰੀਏ ਅਤੇ ਸਤਿਗੁਰੂ ਕੀ ਰਹਿਮਤ ਦੇ ਪਾਤਰ ਬਣੀਏ ਜੀ। ਆਪ ਜੀ ਦੇ ਸਨਮੁਖ ਸ਼ਬਦ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।